ਹਜ਼ੂਰੀ ਅੰਦਰ ਸਬਾਇਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪਾਂ ਸਾਰੇ ਹੀ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜੋ ਗੁਰੂ ਕੇ ਹਜ਼ੂਰ ਬੈਠ ਕੇ ਇਸ ਕੀਮਤੀ ਸਮੇਂ ਨੂੰ ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ ਬਤੀਤ ਕਰਦੇ ਪਏ ਹਾਂ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਜੋ ਰੋਜ਼ਾਨਾ ਆਪਾਂ ਸ਼ਾਮ ਦੇ ਵੇਲੇ ਸਰਵਣ ਕਰਦੇ ਹਾਂ। ਪਿਛਲੇਰੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਕੇ ਆਏ ਸਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਕੋਲ ਭਾਈ ਮੱਖਣ ਸ਼ਾਹ ਜੀ ਆਉਂਦੇ ਨੇ, ਪਹੁੰਚਦੇ ਨੇ ਤੇ 500 ਮੋਹਰਾਂ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਭੇਟਾ ਦੇ ਰੂਪ ਦੇ ਵਿੱਚ ਦਿੰਦੇ ਨੇ। ਇਹ ਵੇਖ ਕੇ ਧੀਰ ਮੱਲ ਜਿਹੜਾ ਹੈ ਉਹ ਬਹੁਤ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਵਿਰੋਧਤਾ ਵਾਲੇ ਬਚਨ ਕਰਦਾ ਹੈ, ਵਿਰੋਧਤਾ ਕਰਦਾ ਹੈ। ਤੇ ਕੀ ਕਰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਸਿੰਘਾਂ ਮਸੰਦ ਜਿਹੜਾ ਹੈ ਅਤੇ ਹੋਰ ਆਪਣੇ ਕਈ ਚੇਲੇ ਭੇਜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਵਾਉਂਦੇ ਹਨ ਅਤੇ ਜੋ ਮੱਖਣ ਸ਼ਾਹ ਜੀ ਵੱਲੋਂ ਦਿੱਤਾ ਹੋਇਆ ਧਨ ਹੈ ਉਹ ਵੀ ਲੈ ਜਾਂਦੇ ਨੇ। ਜਿਸ ਨੂੰ ਵੇਖ ਕੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਸਮਝਾਉਂਦੇ ਹਨ ਕਿ ਜਿੰਨਾ ਚਿਰ ਤੁਸੀਂ ਸੰਸਾਰ ਦੇ ਵਿੱਚ ਪ੍ਰਗਟ ਨਹੀਂ ਹੋਵੋਗੇ ਕਿ ਗੁਰਗੱਦੀ ਤੁਹਾਡੇ ਕੋਲ ਹੈ, ਉਹਨਾਂ ਚਿਰ ਇਹ ਸਿੱਖ ਵਿਚਾਰੇ ਇਵੇਂ ਹੀ ਇਹਨਾਂ ਝੂਠੇ ਗੁਰੂਆਂ ਦੇ ਅੱਗੇ, ਕਿਉਂਕਿ 22 ਗੁਰੂ ਬਣ ਬੈਠੇ ਸਨ ਉਸ ਸਮੇਂ, ਉਹ ਕਹਿੰਦੇ ਸਨ ਸਾਨੂੰ ਗੁਰਗੱਦੀ ਪ੍ਰਾਪਤ ਹੋਈ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਧੀਰਜਵਾਨ ਬਹੁਤ ਅਟੱਲ ਇੱਕ ਸਥਾਨ ਤੇ ਬੈਠ ਕੇ ਭਗਤੀ ਦੇ ਵਿੱਚ ਲੀਨ ਨੇ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇ ਤੁਸੀਂ ਸਿੱਖਾਂ ਦੇ ਵਿੱਚ ਜਾ ਕੇ ਪ੍ਰਚਾਰ ਨਹੀਂ ਕਰੋਗੇ ਸਿੱਖੀ ਦਾ, ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਨੌਵੀਂ ਜੋਤ ਨੌਵੇਂ ਗੁਰੂ ਕੌਣ ਹਨ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਨੂੰ ਧੀਰਜ ਦਿੰਦੇ ਨੇ ਕਿ ਮਾਤਾ ਜੀ ਤੁਸੀਂ ਧੀਰਜਵਾਨ ਰਹੋ ਕਿ ਜਿਹੜਾ ਝੂਠਾ ਹੁੰਦਾ ਹੈ ਇੱਕ ਦਿਨ ਉਸ ਦਾ ਪਾਜ ਉਗੜ ਜਾਂਦਾ ਹੈ, ਉਹਦਾ ਝੂਠ ਦਾ ਜਿਹੜਾ ਪਾਜ ਹੁੰਦਾ ਹੈ ਨਾ ਉਹ ਉਗੜ ਜਾਂਦਾ ਹੈ। ਝੂਠ ਬਹੁਤਾ ਲੰਮਾ ਸਮਾਂ ਨਹੀਂ ਚੱਲ ਸਕਦਾ, ਭਾਵੇਂ ਕਿਸੇ ਵੀ ਪ੍ਰਕਾਰ ਦਾ ਹੋਵੇ। ਇਸ ਤਰੀਕੇ ਦੇ ਨਾਲ ਮਾਤਾ ਨਾਨਕੀ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾਉਂਦੇ ਨੇ। ਤੇ ਅਗਲਾ ਪ੍ਰਸੰਗ ਆਪਾਂ ਅੱਜ ਸਰਵਣ ਕਰਨਾ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅਟੱਲ ਰਹਿੰਦੇ ਹਨ ਔਰ ਕਿਸ ਤਰੀਕੇ ਦੇ ਨਾਲ ਮੱਖਣ ਸ਼ਾਹ ਦੇ ਕੋਲੇ ਖਬਰ ਪਹੁੰਚਦੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਘਰ ਉੱਪਰ ਧੀਰ ਮੱਲ ਨੇ ਮਸਦ ਭੇਜ ਕੇ ਹਮਲਾ ਕਰਵਾ ਦਿੱਤਾ ਹੈ ਤੇ ਜੋ ਉਹਨਾਂ ਦੇ ਘਰ ਦੇ ਵਿੱਚ ਭੇਟਾ ਤੁਸੀਂ ਉਹਨਾਂ ਨੂੰ ਦੇ ਕੇ ਆਏ ਸੀ ਉਹ ਵੀ ਸਾਰਾ ਲੁੱਟ ਕੇ ਸਮਾਨ ਲੈ ਗਿਆ ਹੈ। ਇੱਥੋਂ ਤੱਕ ਦਾ ਪ੍ਰਸੰਗ ਆਪਾਂ ਅੱਜ ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ, ਟਿਕਾ ਕੇ ਰੱਖੀਏ ਤਾਂ ਕਿ ਸਾਨੂੰ ਇਤਿਹਾਸ ਬਹੁਤ ਸੁਚੱਜੇ ਤੇ ਸਹੀ ਢੰਗ ਦੇ ਨਾਲ ਸਮਝ ਆ ਸਕੇ। ਅਸੀਂ ਗੁਰੂਆਂ ਦਾ ਇਤਿਹਾਸ, ਗੁਰੂ ਸਾਹਿਬਾਨ ਦੀਆਂ ਬਾਣੀਆਂ, ਕਹਾਣੀਆਂ, ਗੱਲਾਂ ਇਸ ਕਰਕੇ ਰੋਜ਼ਾਨਾ ਸਵੇਰੇ ਸ਼ਾਮ ਹਰ ਵਕਤ ਕਰਦੇ ਹਾਂ ਤਾਂ ਕਿ ਜਿਵੇਂ ਉਹਨਾਂ ਨੇ ਰੱਬ ਦੇ ਨਾਮ ਨੂੰ ਜਪਿਆ, ਜਿਵੇਂ ਉਹਨਾਂ ਨੇ ਪ੍ਰਮਾਤਮਾ ਜੀ ਦੇ ਨਾਮ ਨੂੰ ਧਿਆਇਆ, ਜਿਵੇਂ ਉਹਨਾਂ ਨੇ ਸੇਵਾ ਕੀਤੀ, ਧੀਰਜਵਾਨ ਰਹਿ ਕੇ ਨਿਮਰਤਾ ਦੇ ਵਿੱਚ ਰਹਿ ਕੇ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸੀਂ ਉਸ ਗੱਲ ਨੂੰ ਸਿੱਖ ਸਕੀਏ। ਇਸ ਕਰਕੇ ਗੁਰਬਾਣੀ ਦਾ ਫਰਮਾਨ ਵੀ ਹੈ ਕਿ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਸਾਨੂੰ ਗੁਣ ਬਖਸ਼ਦੀਆਂ ਹਨ, ਸਾਨੂੰ ਚੰਗੇ ਆਚਰਣ ਵਾਲਾ ਬਣਾਉਂਦੀਆਂ ਨੇ। ਸਾਡੇ ਗੁਰੂ ਸਾਹਿਬਾਨ ਦੀਆਂ ਵੱਡਿਆਂ ਬਾਬਿਆਂ ਦੀਆਂ ਕਹਾਣੀਆਂ ਜਿਹੜੀਆਂ ਨੇ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਉਚਾਰਨ ਕਰੋ ਜੀ ਵਾਹਿਗੁਰੂ 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 ਵਾਹਿਗੁਰੂ
ਮਤ ਤਰ ਤੀਰ, ਦੇਖਨ ਉਚਿਤ ਨਹੀਂ ਕਰ ਪੀਰ। ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਨੂੰ ਕਹਿੰਦੇ ਹਨ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਹਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਮਹਿਲ ਹਨ, ਪਤਨੀ ਹਨ। ਸਮਝਾਉਂਦੇ ਨੇ ਕਿ ਮਾਤਾ ਜੀ ਜਿਹੜਾ ਅਕਾਲ ਪੁਰਖ ਪਰਮਾਤਮਾ ਸਭ ਜੀਵਾਂ ਨੂੰ ਰੋਜੀ ਦਿੰਦਾ ਹੈ ਨਾ, ਉਹ ਸਭ ਜੀਵਾਂ ਨੂੰ ਦੇਖਦਾ ਪਿਆ ਹੈ। ਚੰਗੇ ਮੰਦੇ ਕਰਮ ਉਹਨਾਂ ਜੀਵਾਂ ਦੇ ਲਿਖੇ ਜਾ ਰਹੇ ਨੇ। ਇਸ ਕਰਕੇ ਤੁਸੀਂ ਆਪਣੇ ਚਿੱਤ ਨੂੰ ਡਲਾਵੋ ਨਾ, ਧੀਰਜਵਾਨ ਰਹਿ ਕੇ ਅਕਾਲ ਪੁਰਖ ਪਰਮਾਤਮਾ ਜੀ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣ ਦਾ ਯਤਨ ਕਰੋ ਜੀ। ਜਬਰੀ ਕਰਤ ਗਰਭ ਧਰ ਜੋਏ, ਤਿਨ ਪਰ ਹਰ ਪ੍ਰਭ ਕ੍ਰੋਧਤ ਹੋਏ। ਜੋ ਵੀ ਮਨੁੱਖ ਸੰਸਾਰ ਦੇ ਵਿੱਚ ਕਿਸੇ ਦੂਸਰੇ ਮਨੁੱਖ ਦੇ ਉੱਪਰ ਜ਼ਬਰ ਕਰਦਾ ਹੈ, ਜ਼ਬਰਦਸਤੀ ਜਿਹਨੂੰ ਕਹਿ ਸਕਦੇ ਕਰਦਾ ਹੈ, ਔਰ ਗਰਭ ਧਾਰਨ ਕਰਦਾ ਹੈ, ਭਾਵ ਕਿ ਬਹੁਤ ਵੱਡਾ ਹੰਕਾਰ ਧਾਰਨ ਕਰਦਾ ਹੈ, ਹਉਮੈ ਦੇ ਵਿੱਚ ਪੈ ਜਾਂਦਾ ਹੈ, ਉਸ ਮਨੁੱਖ ਦੇ ਉੱਪਰ ਕਦੀ ਵੀ ਪਰਮਾਤਮਾ ਖੁਸ਼ ਨਹੀਂ ਹੁੰਦਾ। ਜਿਹੜਾ ਮਨੁੱਖ ਦੂਜਿਆਂ ਦੇ ਉੱਪਰ ਜ਼ੁਲਮ ਕਰਦਾ ਹੋਵੇ, ਦੂਜਿਆਂ ਨੂੰ ਮਾੜਾ ਕਹਿੰਦਾ ਹੋਵੇ, ਦੂਜਿਆਂ ਨੂੰ ਬੁਰਾ ਜਾਂ ਦੂਸਰੇ ਦਾ ਬੁਰਾ ਸੋਚਦਾ ਹੋਵੇ, ਤੇ ਹੋ ਸਕਦਾ ਹੈ ਗੁਰਬਾਣੀ ਦਾ ਇਹ ਪਵਿੱਤਰ ਪਾਵਨ ਸ਼ਬਦ ਵੀ ਹੈ ਕਿ ਅੱਜ ਬਹੁਤੇ ਸੰਸਾਰ ਦੇ ਜੀਵ ਕਿਉਂ ਦੁਖੀ ਹਨ। ਭਾਵੇਂ ਕਿ ਦੁੱਖ ਸੁੱਖ ਸਰੀਰ ਨਾਲ ਨੇ, ਜਿੰਨਾ ਚਿਰ ਸਰੀਰ ਦੁੱਖ ਸੁੱਖ ਰਹਿਣੇ ਨੇ। ਗੁਰਬਾਣੀ ਦਾ ਫਰਮਾਨ ਹੈ, ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਕਹਿੰਦੇ ਜਦੋਂ ਤੂੰ ਪਰਾਏ ਦਾ ਬੁਰਾ ਤੱਕਦਾ ਹੈ ਨਾ, ਤਦੋਂ ਤੈਨੂੰ ਦੁੱਖ ਲੱਗਦੇ ਨੇ, ਤੇ ਜੇ ਤੂੰ ਪਰਾਏ ਦਾ ਬੁਰਾ ਨਹੀਂ ਕਰੇਗਾ, ਦੂਜੇ ਇਨਸਾਨ ਦਾ ਬੁਰਾ ਨਹੀਂ ਕਰੇਗਾ, ਦੁੱਖ ਤੈਨੂੰ ਕਦੀ ਪੋ ਨਹੀਂ ਸਕਦਾ, ਦੁੱਖ ਤੈਨੂੰ ਦੁਖਾ ਨਹੀਂ ਸਕੇਗਾ, ਦੁਖੀ ਨਹੀਂ ਕਰ ਸਕੇਗਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜੋ ਮਨੁੱਖ ਦੂਸਰੇ ਨਾਲ ਧੱਕਾ ਕਰਦੇ ਨੇ, ਜ਼ਬਰ ਜ਼ੁਲਮ ਕਰਦੇ ਨੇ, ਉਹਨਾਂ ਉੱਤੇ ਪ੍ਰਮਾਤਮਾ ਕਦੀ ਖੁਸ਼ ਨਹੀਂ ਹੁੰਦਾ ਹੈ, ਤੇ ਉਹਨਾਂ ਮਨੁੱਖਾਂ ਦੇ ਉੱਪਰ ਪ੍ਰਮਾਤਮਾ ਦੀ ਕਦੀ ਵੀ ਕਿਰਪਾ ਦ੍ਰਿਸ਼ਟੀ ਨਹੀਂ ਹੁੰਦੀ ਹੈ ਜੀ। ਸਭ ਐਸਵਰਜ ਹਰਸ਼ਿਨ ਮਾਹੀ, ਹੋਏ ਦੀਨ ਦੁਖ ਪੈ ਬੜ ਪਾਹੀ। ਉਹ ਅਕਾਲ ਪੁਰਖ ਪ੍ਰਮਾਤਮਾ ਜਿਹਦੇ ਅੱਗੇ ਕਿਸੇ ਮਨੁੱਖ ਦਾ ਵੀ ਕੋਈ ਜ਼ੋਰ ਨਹੀਂ ਚੱਲਦਾ, ਕਿਸੇ ਵੀ ਮਨੁੱਖ ਦੀ ਕੋਈ ਤਾਕਤ ਨਹੀਂ ਹੈ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਕੋਈ ਵਿੰਨ ਸਕੇ, ਕੋਈ ਡਰਾ ਸਕੇ। ਉਹ ਅਕਾਲ ਪੁਰਖ ਪਰਮਾਤਮਾ ਹੈ ਹੀ ਇਦਾਂ ਦਾ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਕਾ ਰੂਪ। ਅਛਲ ਹੁੰਦਾ ਹੈ ਕਿ ਜਿਹਨੂੰ ਕਿਤੇ ਕਿਸੇ ਨੂੰ ਛਲਿਆ ਨਾ ਜਾ ਸਕੇ। ਅਛਲ ਤੋਂ ਭਾਵ ਅਸੀਂ ਸੰਸਾਰ ਦੇ ਜੀਵਾਂ ਨੂੰ ਕਿਵੇਂ ਤਰੀਕੇ ਨਾਲ ਕਰਕੇ ਛਲ ਸਕਦੇ ਹਾਂ, ਧੋਖਾ ਦੇ ਸਕਦੇ ਹਾਂ, ਪਰ ਰੱਬ ਨੂੰ ਕਿਵੇਂ ਵੀ ਤਰੀਕੇ ਨਾਲ ਕੋਈ ਛਲ ਨਹੀਂ ਸਕਦਾ, ਧੋਖਾ ਨਹੀਂ ਦੇ ਸਕਦਾ। ਅਛੇਦ, ਅਛੇਦ ਤੋਂ ਭਾਵ ਹੁੰਦਾ ਹੈ ਕਿ ਜਿਵੇਂ ਕਿਸੇ ਮਨੁੱਖ ਨੂੰ ਕਤਲ ਕਰ ਦੇਣਾ, ਮਾਰ ਦੇਣਾ, ਤਲਵਾਰ ਦੇ ਨਾਲ ਚੀਰ ਫੜ ਕਰ ਦੇਣਾ। ਅਕਾਲ ਪੁਰਖ ਪਰਮਾਤਮਾ ਨੂੰ ਅਸੀਂ ਸ਼ਸਤਰਾਂ ਦੇ ਨਾਲ ਮਾਰ ਨਹੀਂ ਸਕਦੇ। ਅਛੇਦ ਹੈ ਉਹ ਪਰਮਾਤਮਾ, ਉਹਦਾ ਸਰੀਰ ਨਹੀਂ ਹੈ, ਉਹ ਅਜੂਨੀ ਹੈ, ਜੂਨੀਆਂ ਵਿੱਚ ਨਹੀਂ ਆਉਂਦਾ। ਇਸ ਕਰਕੇ ਅਛਲ ਅਛੇਦ ਅਪਾਰ ਪ੍ਰਭ, ਬੜਾ ਅਪਾਰ ਹੈ, ਬੜਾ ਉੱਚਾ ਹੈ। ਉਸ ਅਕਾਲ ਪੁਰਖ ਪਰਮਾਤਮਾ ਨੂੰ ਨਾ ਤਾਂ ਕਦੀ ਠੱਗਿਆ ਜਾ ਸਕਦਾ ਹੈ, ਨਾ ਧੋਖਾ ਦਿੱਤਾ ਜਾ ਸਕਦਾ, ਨਾ ਕਿਸੇ ਪ੍ਰਕਾਰ ਦਾ ਕੋਈ ਡਰ ਦਿੱਤਾ ਜਾ ਸਕਦਾ ਹੈ। ਅਜਿਹਾ ਅਕਾਲ ਪੁਰਖ ਪਰਮਾਤਮਾ ਕਹਿੰਦਾ ਜਦੋਂ ਕਿਤੇ ਕ੍ਰੋਧਿਤ ਹੋ ਜਾਵੇ ਨਾ, ਜਦੋਂ ਕਿਸੇ ਮਨੁੱਖ ਦੇ ਉੱਪਰ, ਵੈਸੇ ਤਾਂ ਅਸੀਂ ਉਹਦੇ ਬੱਚੇ ਆ, ਉਹ ਸਾਨੂੰ ਹਮੇਸ਼ਾ ਤੋਂ ਮਾਫ ਕਰਦਾ ਹੈ, ਪਰ ਜੇ ਕਿਤੇ ਮਨੁੱਖ ਜ਼ਿਆਦਾ ਆਪਣੇ ਹੰਕਾਰ ਦੇ ਵਿੱਚ ਫਸ ਕੇ, ਆਪਣੀ ਹਉਮੈ ਦੇ ਵਿੱਚ ਫਸ ਕੇ ਸੰਸਾਰ ਦੇ ਜੀਵਾਂ ਨੂੰ, ਬਾਕੀਆਂ ਨੂੰ ਦੁਖੀ ਕਰਦੇ, ਤੇ ਸਤਿਗੁਰੂ ਜੀ ਕਹਿੰਦੇ ਨੇ ਸਭ ਐਸ਼ ਵਰਜ ਹਿਰੈ ਛਿਨ ਮਾਏ। ਉਹਦੇ ਸਾਰੇ ਜਿਹੜੇ ਐਸ਼ ਅਰਜ ਕਰਕੇ, ਕਿਉਂਕਿ ਹਉਮੈ ਆਉਂਦੀ ਉਦੋਂ ਹੈ ਜਦੋਂ ਖਾਣ ਪੀਣ ਚੰਗਾ ਹੋਵੇ, ਮਨੁੱਖ ਦੇ ਕੋਲ ਧਨ ਪਦਾਰਥ ਜ਼ਿਆਦੇ ਹੋਣ, ਉਹਦੇ ਇੱਕ ਛਿਨ ਦੇ ਵਿੱਚ ਕਹਿੰਦੇ ਅਕਾਲ ਪੁਰਖ ਪਰਮਾਤਮਾ ਖੋਹ ਲੈਂਦਾ ਏ।
ਇੰਨੀ ਤਾਕਤ ਰੱਖਣ ਵਾਲਾ ਇਹ ਸਮਰੱਥਾ। ਤੇ ਕਹਿੰਦੇ ਨੇ ਫਿਰ ਹੋਏ ਦੀਨ। ਦੀਨ ਤੋਂ ਭਾਵ ਹੁੰਦਾ ਹੈ, ਇੱਕ ਹੁੰਦਾ ਹੈ ਦੀਨ ਹੋ ਜਾਣਾ ਪ੍ਰਮਾਤਮਾ ਦੇ ਅੱਗੇ, ਨਿਮਰਤਾ ਦੇ ਨਾਲ ਮੱਥਾ ਟੇਕਣਾ, ਸੀਸ ਝੁਕਾ ਦੇਣਾ। ਇੱਕ ਦੀਨ ਹੁੰਦਾ ਹੈ ਜਿਹੜਾ ਗਰੀਬ ਹੋਵੇ ਆਰਥਿਕ ਪੱਖੋਂ, ਭਾਵ ਕਿ ਜਿਹੜਾ ਸਮਾਜ ਦੀ ਬਰੋਬਰੀ ਦੇ ਵਿੱਚ ਨਾ ਹੋਵੇ, ਪੈਸੇ ਧੇਲੇ ਵੱਲੋਂ ਕਮਜ਼ੋਰ ਹੋਵੇ, ਉਹ ਗਰੀਬ। ਕਹਿੰਦੇ ਰੱਬ ਫਿਰ ਕੀ ਕਰਦਾ ਹੈ, ਉਹਦੇ ਐਸੋ ਆਰਾਮ ਖੋ ਕੇ ਫਿਰ ਉਸ ਨੂੰ ਅਜਿਹਾ ਗਰੀਬ ਕਰ ਦਿੰਦਾ ਹੈ। ਫਿਰ ਉਹ ਗਰੀਬੀ ਵੇਖ ਕੇ ਉਹ ਮਨੁੱਖ ਫਿਰ ਦੁਖੀ ਹੁੰਦਾ ਹੈ, ਉਹ ਮਨੁੱਖ ਫਿਰ ਦੁੱਖ ਪਾਉਂਦਾ ਹੈ ਜੀ। ਸਭ ਕੇ ਸਿਰ ਪਰ ਸਿਰ ਕਰਤਾਰ, ਦੇਖ ਕਰਮ ਸੁਖ ਦੁਖ ਦਾਤਾਰ। ਸਾਰੇ ਜੀਵਾਂ ਦੇ ਸਿਰ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮਾਤਾ ਜੀ ਸ੍ਰੀ ਕਰਤਾਰ ਭਾਵ ਕਿ ਅਕਾਲ ਪੁਰਖ ਪਰਮਾਤਮਾ ਜੀ ਹਨ, ਸਾਰਿਆਂ ਦੇ ਉੱਪਰ ਉਹ ਹਨ। ਤੇ ਕਹਿੰਦੇ ਉਹ ਫਿਰ ਕੀ ਕਰਦਾ ਹੈ ਵਾਹਿਗੁਰੂ, ਸਾਡੇ ਕਰਮਾਂ ਨੂੰ ਵੇਖ ਕੇ, ਸਾਡੇ ਕਰਮ ਜਿਹੋ ਜਿਹੇ ਹੁੰਦੇ ਨੇ ਫਿਰ ਉਹੋ ਜਿਹਾ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦਾ ਫਰਮਾਨ ਹੈ, ਰੱਬ ਨੇ ਸਾਨੂੰ ਕਦੇ ਆਪਣੇ ਨਾਲੋਂ ਨਹੀਂ ਵਿਛੋੜਿਆ। ਅਸਲ ਦੇ ਵਿੱਚ ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮੇਲੋ ਰਾਮ। ਕਿਰਤ ਮਾੜੀ ਕਰ ਬੈਠੇ ਜਿਹਦੇ ਨਾਲ ਕਰਮ ਮਾੜੇ ਹੋ ਗਏ, ਕਿਰਤ ਕਰਮ ਕੇ ਵਿਛੁੜੇ। ਸਾਡੀ ਕਿਰਤ ਇਹੋ ਜਿਹੀ ਹੋ ਗਈ ਕਿ ਜਿਹਦੇ ਕਰਕੇ ਕਿਰਤ ਮਾੜੀ ਕਰਦਿਆਂ ਕਰਦਿਆਂ ਕਰਮ ਮਾੜੇ ਹੋ ਗਏ ਤੇ ਪਰਮਾਤਮਾ ਦੇ ਨਾਲੋਂ ਦੂਰੀ ਬਣ ਗਈ, ਵਾਹਿਗੁਰੂ ਦੇ ਨਾਲੋਂ ਵਿਛੋੜਾ ਬਣ ਗਿਆ। ਤੇ ਕਹਿੰਦੇ ਪਰਮਾਤਮਾ ਤੋਂ ਵਿਛੜ ਕੇ ਮਨੁੱਖ ਕਦੀ ਸੁਖੀ ਨਹੀਂ ਹੋ ਸਕਦਾ, ਮਨੁੱਖ ਹਮੇਸ਼ਾ ਦੁਖੀ ਰਹਿੰਦਾ ਹੈ, ਦੁੱਖ ਪਾਉਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਕਰਮ ਕਰਕੇ ਬੰਦਾ ਇਹੋ ਜਿਹੇ ਮਾੜੇ ਕਰਮ ਕਰ ਬੈਠਾ ਹੈ ਜਿਸ ਕਰਕੇ ਉਹਨੂੰ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਨੇ। ਜੇ ਮਾੜੇ ਕਰਮ ਕੀਤੇ ਹਨ ਉਹ ਮਨੁੱਖ ਦੁਖੀ ਹੁੰਦਾ ਹੈ, ਜਿਹਦੇ ਕੋਲ ਪਰਮਾਤਮਾ ਜੀ ਦਾ ਨਾਮ ਹੈ ਉਹ ਮਨੁੱਖ ਸੁਖੀ ਵਸਦਾ ਹੈ। ਸੁਖੀ ਹਮੇਸ਼ਾ ਪੈਸੇ ਨਾਲ ਨਹੀਂ ਹੋਇਆ ਜਾਂਦਾ, ਸੁਖ ਤੋਂ ਭਾਵ ਹੁੰਦਾ ਜਿਹੜਾ ਆਤਮਿਕ ਤੌਰ ਤੇ ਉੱਚਾ ਉੱਠ ਗਿਆ, ਸੰਸਾਰ ਦੀਆਂ ਵਸਤੂਆਂ ਤੋਂ ਉੱਚਾ ਉੱਠ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗ ਪਿਆ, ਉਹਨੂੰ ਸੁਖ ਆਖਿਆ ਗਿਆ ਹੈ। ਕਿ ਜਿਹੜਾ ਆਖੇ ਕੇਤਿਆਂ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਹੈ ਰੱਬ ਜੀ, ਸੰਸਾਰ ਦੇ ਵਿੱਚ ਕਈ ਇਹੋ ਜਿਹੇ ਨੇ ਜਿਨ੍ਹਾਂ ਨੂੰ ਦੁੱਖ ਤੇ ਭੁੱਖ ਦੀ ਮਾਰ ਸਦਾ ਵੱਜਦੀ ਆ ਰਹੀ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਬੜੀ ਭੁੱਖ ਉਹਨਾਂ ਦੇ ਕੋਲ ਹੈ, ਬੜੀ ਗਰੀਬੀ ਉਹਨਾਂ ਦੇ ਕੋਲ ਹੈ, ਕਈਆਂ ਦੇ ਕੋਲ ਬੜੇ ਦੁੱਖ ਨੇ, ਪਰ ਕਹਿੰਦੇ ਉਹ ਕਦੀ ਵੀ ਤੈਨੂੰ ਉਲਾਮਾ ਨਹੀਂ ਦਿੰਦੇ, ਸਗੋਂ ਧੰਨਵਾਦ ਕਰਦੇ ਨੇ ਕਿ ਰੱਬ ਜੀ ਇਹ ਵੀ ਤੇਰੀ ਬਖਸ਼ਿਸ਼ ਕੀਤੀ ਹੋਈ ਦਾਤ ਹੈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਹੈ ਵਾਹਿਗੁਰੂ, ਇਹ ਵੀ ਤੇਰੀਆਂ ਦਿੱਤੀਆਂ ਹੀ ਦਾਤਾਂ ਹਨ, ਤੇਰਾ ਧੰਨਵਾਦ ਹੈ। ਕਹਿੰਦੇ ਮਨੁੱਖ ਦੇ ਕਰਮ ਵੇਖ ਕੇ ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਵਿੱਚੋਂ ਦੁੱਖ ਸੁੱਖ ਪ੍ਰਾਪਤ ਹੁੰਦੇ ਹਨ ਜੀ। ਜਿਨਹੁ ਅਲੰਬ ਕਰਿਓ ਪ੍ਰਭ ਸੋਈ, ਤਿਨ ਕੋ ਤਰਾਸ ਨ ਕਿਨਹੁ ਹੋਏ। ਸੋ ਜਿਨ੍ਹਾਂ ਦਾ ਅਕਾਲ ਪੁਰਖ ਪਰਮਾਤਮਾ ਸਹਾਈ ਹੋਵੇ, ਜਿਨ੍ਹਾਂ ਦਾ ਰਖਵਾਲਾ ਗੋਬਿੰਦ ਹੋਵੇ, ਵਾਹਿਗੁਰੂ ਹੋਵੇ, ਪਰਮਾਤਮਾ ਹੋਵੇ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਭੈ ਨਹੀਂ ਵਿਆਪਦਾ, ਕਿਸੇ ਵੀ ਤਰੀਕੇ ਦਾ ਕੋਈ ਡਰ ਉਹਨਾਂ ਨੂੰ ਪੋ ਨਹੀਂ ਸਕਦਾ ਹੈ ਜੀ। ਜਗਤ ਨਾਥ ਕੇ ਆਸ ਭਰੋਸਾ, ਟਿਕੈ ਪੁਰਖ ਤਾਰੇ ਸੰਤੋਸਾ। ਕਹਿੰਦੇ ਅਕਾਲ ਪੁਰਖ ਪਰਮਾਤਮਾ ਜੀ ਦਾ ਨਾਮ ਜਿਹੜਾ ਮਨੁੱਖ ਜਪਦਾ ਹੈ, ਜਿਹੜਾ ਪ੍ਰਾਣੀ ਅਕਾਲ ਪੁਰਖ ਪਰਮਾਤਮਾ ਜੀ ਦਾ ਸਿਮਰਨ ਕਰਦਾ ਹੈ ਨਾ, ਉਹਦੇ ਅੰਦਰ ਫਿਰ ਸੰਤੋਖ ਆ ਜਾਂਦਾ ਹੈ, ਸੰਤੋਖ ਸਬਰ ਆ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਬਰ ਤੋਂ ਬਿਨਾ ਕਦੀ ਵੀ ਰੱਬ ਦੇ ਘਰ ਦੇ ਵਿੱਚ ਬੰਦਾ ਕਬੂਲ ਨਹੀਂ ਪੈਂਦਾ, ਕਿਉਂਕਿ ਹੋਰ ਦੀ ਜਿਹੜੀ ਮੰਗ ਹੈ ਉਹ ਵੱਧਦੀ ਜਾਂਦੀ ਹੈ। ਬੰਦਾ ਹੋਰ ਪਰਮਾਤਮਾ ਤੋਂ ਦਾਤਾ ਲੈਂਦਾ ਰਹਿੰਦਾ ਹੈ। ਜਿਵੇਂ ਗੁਰਬਾਣੀ ਕਹਿੰਦੀ, ਕਈ ਤਾਂ ਇੱਥੋਂ ਤੱਕ ਰੱਬ ਜੀ ਦੇ ਨਾਲ ਗਿਲਾ ਕਰਦੇ ਨੇ, ਕੀਤੇ ਲੈ ਲੈ ਮੁੱਕਰ ਪਾਹੇ। ਕਈ ਤਾਂ ਇਹੋ ਜਿਹੇ ਜਿਹੜੇ ਰੱਬ ਤੋਂ ਦਾਤਾਂ ਲੈ ਕੇ ਫਿਰ ਮੁੱਕਰ ਹੀ ਗਏ ਵੀ ਰੱਬ ਸਾਨੂੰ ਦਿੰਦਾ ਹੀ ਕੁਛ ਨਹੀਂ ਹੈ। ਇਹੋ ਜਿਹੇ ਸੰਸਾਰ ਦੇ ਵਿੱਚ ਜੀਵ ਹਨ ਜਿਹੜੇ ਦਾਤ ਲੈ ਵੀ ਰਹੇ ਨੇ ਔਰ ਖਾ ਵੀ ਰਹੇ ਨੇ, ਪੁੰਚ ਵੀ ਰਹੇ ਨੇ, ਫਿਰ ਵੀ ਕਹਿੰਦੇ ਰੱਬ ਜੀ ਨੇ ਸਾਨੂੰ ਕੁਝ ਨਹੀਂ ਦਿੱਤਾ। ਕੇਤਿਆਂ ਦੁੱਖ, ਸਤਿਗੁਰੂ ਜੀ ਕਹਿੰਦੇ ਨੇ ਕੇਤਿਆਂ ਦੁੱਖ ਭੂਖ ਸਦ ਮਾਰ। ਕਈਆਂ ਦੇ ਕੋਲ ਦੁੱਖ ਹੋ ਤਾਂ ਵੀ ਸ਼ੁਕਰਾਨਾ ਕਰਦੇ ਨੇ,
ਤੇ ਕਈ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਦੇ ਕੋਲ ਸਭ ਕੁਝ ਹੈ, ਉਹ ਲੈ ਲੈ ਕੇ ਦਾਤਾ ਮੁੱਕਰ ਜਾਂਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਹੈ, ਜਗਤਨਾਥ ਦੇ ਉੱਪਰ, ਵਾਹਿਗੁਰੂ ਦੇ ਉੱਪਰ ਭਰੋਸਾ ਹੁੰਦਾ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਹੀ ਸੰਤੋਖ ਆਉਂਦਾ ਹੈ। ਉਸ ਹਿਰਦੇ ਦੇ ਵਿੱਚ ਹੀ ਸਬਰ ਵਾਲੀ ਜਿਹੜੀ ਬਿਰਤੀ ਬਣਦੀ ਹੈ ਜੀ। ਦੁਖ ਸੁਖ ਜਨਮ ਮਰਨ ਕੇ ਮਾਹੀ, ਕਮਲਾ ਕੰਤ ਦੇਤ ਅਨ ਨਾਈ। ਸੋ ਕਹਿਣ ਲੱਗੇ ਜਿਹੜੇ ਦੁੱਖ ਸੁੱਖ ਹੈ, ਇਹ ਜਨਮ ਮਰਨ ਜਿਹੜਾ ਉਹ ਇਸ ਦੇ ਵਿੱਚ ਪਿਆ ਰਹਿੰਦਾ ਹੈ। ਜਿਹੜਾ ਕੇਵਲ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਪਿੱਛੇ ਦੌੜਦਾ ਰਹਿੰਦਾ ਹੋਵੇ, ਧਨ ਪਦਾਰਥਾਂ ਦੇ ਪਿੱਛੇ ਦੌੜਦਾ ਰਹਿੰਦਾ ਹੋਵੇ, ਉਹ ਫਿਰ ਦੁੱਖ ਸੁੱਖਾਂ ਦੇ ਵਿੱਚ ਪਿਆ ਰਹਿੰਦਾ ਹੈ। ਜਨਮ ਮਰਨ ਦਾ ਗੇੜ ਜਿਹੜਾ ਉਹਨੂੰ ਵਿਆਪਦਾ ਹੈ ਜੀ। ਇਹ ਜੋਗਤਾ ਕੀ ਨਸ ਜੋਏ, ਭਿਖ ਜਨ ਨੇ ਨਾ ਚਿੰਤ ਕਰ ਕੋਏ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਾਤਾ ਨਾਨਕੀ ਜੀ ਨੂੰ ਕਿ ਵੇਖੋ, ਇਹ ਜਿਹੜਾ ਇਹਨਾਂ ਨੇ ਕਰਮ ਕੀਤਾ ਹੈ, ਵੈਸੇ ਤਾਂ ਸਾਡਾ ਇਹਨਾਂ ਦੇ ਨਾਲ ਕੋਈ ਵਿਰੋਧ ਨਹੀਂ ਹੈ, ਕੋਈ ਵੈਰ ਨਹੀਂ ਹੈ। ਇਹਨਾਂ ਨੇ ਧਨ ਵਾਸਤੇ, ਮਾਇਆ ਵਾਸਤੇ ਸਾਡੇ ਘਰ ਦੇ ਉੱਪਰ, ਸਾਡੇ ਉੱਪਰ ਹਮਲਾ ਕੀਤਾ ਹੈ। ਇਸ ਕਰਕੇ ਕਹਿੰਦੇ ਨੇ ਇਹੀ ਮਾਇਆ ਇੱਕ ਦਿਨ ਇਹਨਾਂ ਨੂੰ ਠੱਗ ਲਵੇਗੀ, ਖਾ ਜਾਵੇਗੀ ਜੀ। ਹਾਤੇ ਦੇਵ ਨੇ ਸੋ ਇਸ ਕਾਲਾ, ਪਰ ਆਪ ਦਾ ਤਿਨੈ ਵਿਸਾਲਾ। ਸੋ ਕਹਿਣ ਲੱਗੇ, ਅਜਿਹੇ ਮਨੁੱਖ ਸੰਸਾਰ ਦੇ ਵਿੱਚ ਬਹੁਤੀ ਸ਼ੋਭਾ ਨਹੀਂ ਖੱਟ ਪਾਉਂਦੇ, ਕਿਉਂਕਿ ਇਹੋ ਜਿਹੇ ਮਨੁੱਖ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਤੁੱਛ ਬੁੱਧੀ ਵਾਲੇ ਹੁੰਦੇ ਨੇ, ਤੇ ਅਜਿਹੇ ਮਨੁੱਖ ਅਕਿਰਤ ਘਣ ਹੋ ਜਾਂਦੇ ਨੇ। ਫਿਰ ਜਿਹੜੇ ਉਹਦਾ ਭਾਰ ਫਿਰ ਧਰਤੀ ਵੀ ਚੱਲਦੀ ਨਹੀਂ ਹੈ। ਅਜਿਹੇ ਮਨੁੱਖ ਦਾ ਭਾਰ ਧਰਤੀ ਵੀ ਨਹੀਂ ਝੱਲਦੀ, ਤੇ ਉਹ ਦਿਨ ਰਾਤ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸਾਂ ਕਰਦੀ ਹੈ ਕਿ ਭੋਏ ਭਾਰੀ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਕਿ ਜਿਹੜੇ ਇਹੋ ਜਿਹੇ ਮਨੁੱਖ ਨੇ, ਅਕਿਰਤ ਘਣ ਬਣ ਚੁੱਕੇ ਨੇ, ਦੂਜਿਆਂ ਨੂੰ ਲੁੱਟਦੇ ਨੇ, ਇਹਨਾਂ ਮਨੁੱਖਾਂ ਦਾ ਭਾਰ ਧਰਤੀ ਨਹੀਂ ਸਹਿ ਸਕਦੀ। ਅਰਦਾਸ ਕਰਦੀ ਹੈ ਵਾਹਿਗੁਰੂ ਦੇ ਅੱਗੇ, ਤੇ ਫਿਰ ਕਹਿੰਦੇ ਅਜਿਹੇ ਮਨੁੱਖ ਬਹੁਤ ਭਿਆਨਕ ਵਿਪਤਾ ਦੇ ਵਿੱਚ ਪੈ ਕੇ ਆਪਣੇ ਆਪ ਨੂੰ ਦੁਖੀ ਕਰ ਰਹਿੰਦੇ ਹਨ ਜੀ। ਹੋਏ ਅਦੀਨ ਸਭ ਤੇਰੇ ਆਏ, ਬਿਰੜਾ ਸਹਿਤ ਤਰਾਸ ਕੋ ਪਾਏ। ਸੋ ਕਹਿਣ ਲੱਗੇ, ਫਿਰ ਮੁੜ ਕੇ ਜਦੋਂ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਨੇ, ਇਹ ਫਿਰ ਦੁਬਾਰਾ ਫਿਰ ਰੱਬ ਜੀਆਂ ਦੇ ਅੱਗੇ ਅਰਦਾਸ ਕਰਦੇ ਨੇ। ਅਰਦਾਸ ਕਰਨ ਤੋਂ ਬਾਅਦ ਕਹਿੰਦੇ ਨੇ ਫੇਰ ਨਾ ਸ਼ੁਕਰੇ ਹੋ ਜਾਂਦੇ ਨੇ ਅਜਿਹੇ ਬੰਦੇ। ਇਸ ਕਰਕੇ ਅਜਿਹੇ ਮਨੁੱਖ ਦਾ ਵਿਸ਼ਵਾਸ ਭਰੋਸਾ ਨਹੀਂ ਹੈ ਕਿ ਜਿਹੜਾ ਸੰਸਾਰ ਦੇ ਵਿੱਚ ਜੀਵਾਂ ਨੂੰ ਮਾਰਦਾ ਹੈ, ਖਤਮ ਕਰਦਾ ਹੈ, ਦੂਜਿਆਂ ਦੇ ਉੱਪਰ ਹਮਲਾ ਕਰਦਾ ਹੈ। ਅਜਿਹਾ ਮਨੁੱਖ ਕਿਸੇ ਵੀ ਭਰੋਸੇ ਦੇ ਲਾਇਕ ਨਹੀਂ ਹੈ ਜੀ। ਬਿਨ ਅਪਰਾਧ ਆਏ ਜੋ ਪਰੇ, ਧਨ ਹਿਤ ਪਾਪ ਕਰਤ ਨਾ ਡਰੇ। ਕਹਿਣ ਲੱਗੇ, ਇਹ ਧਨ ਵਾਸਤੇ ਅਸੀਂ ਤਾਂ ਕੋਈ ਅਪਰਾਧ ਵੀ ਨਹੀਂ ਕੀਤਾ, ਕਦੀ ਕਿਸੇ ਨੂੰ ਮੰਦਾ ਨਹੀਂ ਬੋਲਿਆ, ਕਦੀ ਕਿਸੇ ਨੂੰ ਮਾੜਾ ਨਹੀਂ ਆਖਿਆ। ਵੇਖੋ, ਦੂਜੇ ਨੂੰ ਆਪਦੇ ਗੁਣ ਬਾਰੇ ਦੱਸਣਾ, ਦੂਜਿਆਂ ਨੂੰ ਦੱਸੀ ਜਾਣਾ ਮੈਂ ਬਹੁਤ ਚੰਗਾ ਹੈ, ਇਹ ਹਉਮੈ ਹੈ। ਪਰ ਆਪਣੇ ਆਪ ਨੂੰ ਦੱਸਣਾ ਵੀ ਹਾਂ ਇਹ ਮੇਰੇ ਅੰਦਰ ਇੱਕ ਗੁਣ ਹੈ, ਇਹ ਕਦੀ ਹਉਮੈ ਨਹੀਂ ਹੁੰਦੀ, ਸਗੋਂ ਇਹ ਆਪਣੇ ਆਪ ਨੂੰ ਇੱਕ ਸੁਚੱਜਾ ਗੁਣ ਹੋਰ ਪੈਦਾ ਕਰਨ ਦੀ ਸ਼ਕਤੀ ਬਖਸ਼ਦੀ ਹੈ। ਆਪਣੇ ਆਪ ਨੂੰ ਆਖਣਾ ਨਹੀਂ, ਮੈਂ ਪਰਾਇਆ ਨਹੀਂ ਤੱਕਾਂਗਾ, ਪਰਾਇਆ ਬੁਰੇ ਦਾ ਧਨ ਪਦਾਰਥ ਨਹੀਂ ਲੁੱਟਾਂਗਾ। ਆਪਣੇ ਆਪ ਨੂੰ ਰੋਕਣਾ, ਫਿਰ ਉਹਦੇ ਉੱਪਰ ਪ੍ਰਮਾਤਮਾ ਦਾ ਧੰਨਵਾਦ ਕਰਨਾ ਕਿ ਵਾਹਿਗੁਰੂ ਜੀ ਧੰਨਵਾਦ ਹੈ ਤੁਹਾਡਾ, ਤੁਸੀਂ ਮੈਨੂੰ ਇਸ ਬੁਰੇ ਕਰਮ ਤੋਂ ਬਚਾ ਲਿਆ, ਸ਼ੁਭ ਗੁਣ ਬਖਸ਼ਿਸ਼ ਕੀਤੇ ਹਨ। ਇਹ ਕੋਈ ਹਉਮੈ ਨਹੀਂ ਹੁੰਦੀ, ਕਿਉਂਕਿ ਅੱਜ ਸਮਾਂ ਹੀ ਇਹੋ ਜਿਹਾ ਕਿ ਅਸੀਂ ਆਪਦਾ ਨਾਮ ਹੀ ਕਿਸੇ ਨੂੰ ਦੱਸੀਏ ਤੇ ਅਗਲਾ ਬੰਦਾ ਤਹਿ ਦਿੰਦਾ ਵੀ ਸ਼ਾਇਦ ਆਪਦਾ ਨਾਂ ਦੱਸਣਾ ਵੀ ਹਉਮੈ ਹੈ। ਇਹ ਹਉਮੈ, ਹਰੇਕ ਗੱਲ ਹਉਮੈ ਨਹੀਂ ਹੁੰਦੀ, ਹਰੇਕ ਚੀਜ਼ ਈਗੋ ਨਹੀਂ ਹੁੰਦੀ। ਕਹਿਣ ਲੱਗੇ ਕਿ ਇਸ ਤਰੀਕੇ ਦੇ ਨਾਲ ਇਹ ਜਿਹੜੇ ਮਨੁੱਖ, ਇਹਨਾਂ ਦਾ ਨਹੀਂ ਬੋਲਿਆ, ਕੋਈ ਮਾੜਾ ਨਹੀਂ ਬੋਲਿਆ ਹੈ, ਇਹ ਧਨ ਵਾਸਤੇ, ਪਦਾਰਥ ਵਾਸਤੇ ਇਹਨਾਂ ਨੇ ਸਾਡੇ ਘਰ ਉੱਪਰ ਹਮਲਾ ਕਰ ਦਿੱਤਾ ਹੈ ਜੀ। ਮੋੜ ਲੋਪ ਤੇ ਸੁਧ ਬੁਧ ਨਾਹੀ,
ਬਹੁਤ ਦੁਰਮਤਾ ਸਾਸਨ ਪਾਈ। ਤੇ ਅਜਿਹੇ ਮਨੁੱਖ ਨੂੰ ਗੁਰਬਾਣੀ ਦੇ ਵਿੱਚ ਵੀ ਮੂੜ ਆਖਿਆ ਗਿਆ ਹੈ ਤੇ ਉਹਨੂੰ ਬੋਲਾ ਤੇ ਅੰਨਾ ਵੀ ਆਖਿਆ ਗਿਆ ਹੈ, ਜਿਹੜਾ ਕੇਵਲ ਧਨ ਵਾਸਤੇ ਸੋਚਦਾ ਹੈ, ਦੂਜਿਆਂ ਨੂੰ ਲੁੱਟ ਕੇ ਆਪਣਾ ਘਰ ਭਰਦਾ ਹੈ। ਗੁਰਬਾਣੀ ਦਾ ਸ਼ਬਦ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਰੋਲ ਕਚੋਲਾ। ਕਹਿੰਦੇ ਇਹੋ ਜਿਹੇ ਮਨੁੱਖ ਆਪਣੀ ਸੁੱਧ ਬੁੱਧ ਖੋ ਬੈਠਦੇ ਨੇ, ਧਨ ਨੂੰ ਵੇਖ ਕੇ, ਪਦਾਰਥਾਂ ਨੂੰ ਵੇਖ ਕੇ, ਪੈਸੇ ਨੂੰ ਵੇਖ ਕੇ ਮੂਰਖ ਲੋਕ। ਤੇ ਕਹਿੰਦੇ ਫਿਰ ਇਹ ਦੁਰਮਤਾ ਕਰਨ ਲੱਗੇ, ਭੈੜੇ ਕਰਮ ਕਰਨ ਲੱਗੇ, ਮੰਦਾ ਕਰਮ ਕਰਨ ਲੱਗੇ, ਕਦੇ ਵੀ ਸੋਚਦੇ ਨਹੀਂ ਹਨ ਜੀ। ਔਰ ਜੋ ਤੋਹੇ ਮਨੋਰਥ ਮਾਤਾ, ਦੇ ਕਰ ਤਾਰ ਪ੍ਰਭੂ ਬਖਿਆਤਾ। ਕਿ ਹੇ ਮਾਤਾ ਜੀ, ਜੋ ਵੀ ਸਿੱਖ ਗੁਰੂ ਦੇ ਉੱਪਰ ਸ਼ਰਧਾ ਧਰਦਾ ਹੈ, ਗੁਰੂ ਉੱਪਰ ਵਿਸ਼ਵਾਸ ਭਰੋਸਾ ਰੱਖਦਾ ਹੈ, ਕਹਿੰਦੇ ਨੇ ਉਹ ਕਦੀ ਵੀ ਝੂਠੇ ਗੁਰੂ ਦੇ ਜਾਲ ਦੇ ਵਿੱਚ ਨਹੀਂ ਫਸਦਾ। ਉਹਨੂੰ ਪਤਾ ਹੁੰਦਾ ਹੈ ਕਿ ਮੇਰਾ ਸੱਚਾ ਗੁਰੂ ਕਿਹੜਾ ਹੈ, ਜਿਹੜਾ ਸਾਡੇ ਹਿਰਦੇ ਦੀ ਜਾਣਨ ਵਾਲਾ ਹੈ, ਜਿਹੜਾ ਮੇਰੇ ਅੰਦਰ ਦੀ ਜਾਣਨ ਵਾਲਾ, ਦੁੱਖ ਸੁੱਖ ਨੂੰ ਕੱਟ ਕੇ ਆਪਣਾ ਨਾਮ ਸਾਨੂੰ ਬਖਸ਼ਦਾ ਹੈ, ਦੁੱਖਾਂ ਦੇ ਵਿੱਚੋਂ ਕੱਟ ਕੇ, ਵਿਕੜੇ ਪੈਂਡਿਆਂ ਨੂੰ ਕੱਟ ਕੇ ਸਾਨੂੰ ਸੁੱਖ ਦਿੰਦਾ ਹੈ। ਉਹ ਸੱਚਾ ਗੁਰੂ ਹੈ, ਉਹੀ ਅਸਲੀ ਗੁਰੂ ਹੈ ਜੀ। ਧੀਰ ਮਲ ਸਮਤ ਜੋ ਮਸੰਦ, ਇਹ ਅਪਰਾਧ ਜੋਗ ਬਿਲੰਦ। ਧੀਰ ਮਲ ਤੇ ਉਸ ਦੇ ਜਿਹੜੇ ਬਾਕੀ ਚੇਲੇ ਨੇ, ਮਸੰਦ ਨੇ, ਕਹਿੰਦੇ ਉਹਨਾਂ ਨੇ ਇਹ ਅਪਰਾਧ ਕੀਤਾ ਹੈ ਕਿ ਸਾਡੇ ਘਰ ਦੇ ਉੱਪਰ ਹਮਲਾ ਕੀਤਾ ਹੈ, ਪਰ ਸਾਨੂੰ ਇਸ ਗੱਲ ਦਾ ਗਿਲਾ ਨਹੀਂ, ਸਗੋਂ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਬਣਦੀ ਹੈ ਜੀ। ਲੋਪ ਲਗੇ ਕਿ ਨਸ ਤਿਨ ਐਸੇ, ਮਤਸ ਬੜਸ ਬਉ ਕਰਾਸ ਜੈਸੇ। ਕਹਿੰਦੇ ਇਹ ਲੋਭ ਦੇ ਵਿੱਚ ਇੰਨੇ ਜ਼ਿਆਦਾ ਮਸਤ ਹੋਏ ਪਏ ਨੇ, ਇੰਨੇ ਜ਼ਿਆਦਾ ਫਸ ਚੁੱਕੇ ਨੇ ਕਿ ਜਿਵੇਂ ਮੱਛੀ ਨੂੰ ਜਦੋਂ ਪਕੜਿਆ ਜਾਂਦਾ ਹੈ ਤੇ ਕਹਿੰਦੇ ਇੱਕ ਕੁੰਡੀ ਬਣਾ ਕੇ ਉਹਦੇ ਵਿੱਚ ਕੁਝ ਮਾਸ ਦਾ ਟੁਕੜਾ ਲਾ ਦਿੱਤਾ ਜਾਂਦਾ ਹੈ, ਤੇ ਕਹਿੰਦੇ ਫਿਰ ਜਿਵੇਂ ਉਹ ਮੱਛੀ ਉਸ ਮਾਸ ਦੇ ਟੁਕੜੇ ਦੇ ਵਾਸਤੇ ਉਸ ਕੁੰਡੀ ਦੇ ਵਿੱਚ ਫਸ ਜਾਂਦੀ ਹੈ ਜੀ। ਹਿੰਸਕ ਜਬ ਐਚੇ ਹੋਏ ਬਾਹਰ, ਆਦਿਕ ਦੁਖੀ ਮ੍ਰਿਤੂ ਪਾਵੇ ਜਾਹਰ। ਸੋ ਕਹਿਣ ਲੱਗੇ ਇਹ ਗੱਲ ਪੱਕੀ ਹੈ ਕਿ ਜਦੋਂ ਉਹ ਕੁੰਡੀ ਦੇ ਵਿੱਚ ਮੱਛੀ ਫਸ ਗਈ, ਉਸ ਤੋਂ ਬਾਅਦ ਉਸ ਨੂੰ ਪਾਣੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ, ਪਾਣੀ ਤੋਂ ਵੱਖਰਾ ਕਰ ਦਿੱਤਾ ਜਾਂਦਾ ਹੈ। ਤੇ ਕਹਿੰਦੇ ਫਿਰ ਉਹ ਕਿਵੇਂ ਤਰੀਕੇ ਦੇ ਨਾਲ ਉਹ ਦੁੱਖ ਪਾਉਂਦੀ ਹੈ, ਕਿਸ ਤਰੀਕੇ ਦੇ ਨਾਲ ਉਹਨੂੰ ਕੱਟਿਆ ਜਾਂਦਾ ਹੈ, ਉਸ ਨੂੰ ਦੁਖੀ ਕੀਤਾ ਜਾਂਦਾ ਹੈ। ਭਾਵ ਕਿ ਇਸ ਤਰੀਕੇ ਦੇ ਨਾਲ ਲੋਭੀ ਬੰਦਾ ਜਿਹੜਾ ਹੁੰਦਾ ਹੈ ਨਾ, ਉਹ ਧਨ ਵਾਸਤੇ ਆਪ ਹੀ ਜਾਲ ਦੇ ਵਿੱਚ ਫਸ ਜਾਂਦਾ ਹੈ। ਤੇ ਕਹਿੰਦੇ ਫਿਰ ਅੰਤ ਸਮੇਂ ਨੂੰ ਅਜਿਹਾ ਮਨੁੱਖ ਪਰਮਾਤਮਾ ਤੋਂ ਵਿਛੜ ਕੇ, ਜਿਵੇਂ ਉਹ ਮੱਛੀ ਪਰਮਾਤਮਾ ਤੋਂ, ਪਾਣੀ ਤੋਂ ਵਿਛੜ ਕੇ ਦੁੱਖ ਪਾਉਂਦੀ ਹੈ, ਉਸੇ ਤਰੀਕੇ ਦੇ ਨਾਲ ਇਹ ਮਨੁੱਖ ਫਿਰ ਪਰਮਾਤਮਾ ਤੋਂ ਵਿਛੜ ਕੇ ਉਹਦੇ ਵਾਂਗੂ ਤੜਫ ਤੜਫ ਕੇ ਮਰ ਜਾਂਦਾ ਹੈ ਜੀ। ਜੋ ਪਟ ਪਾਰ ਤਨੀ ਮੰਗ ਜਾਤੇ, ਛੀਨੈ ਤਿਨੈ ਤਰਾਸ ਉਪਜਾਤੇ। ਤੇ ਕਿਵੇਂ ਬਹੁਤ ਸਾਰੇ ਚੋਰ ਰਲ ਕੇ ਕਹਿੰਦੇ ਉਹ ਕਿਸੇ ਰਾਜੇ ਦੇ ਦੇਸ਼ ਨੂੰ ਲੁੱਟ ਲੈਣ, ਤੇ ਕਹਿੰਦੇ ਫਿਰ ਉਹ ਜਦੋਂ ਲੁੱਟਦੇ ਨੇ ਤੇ ਬਹੁਤ ਖੁਸ਼ ਹੁੰਦੇ ਹਨ ਜੀ। ਨਿਰਭ ਕੀ ਸੈਨ ਆਨ ਪੁਨ ਪਰੈ, ਕੇਰ ਸਬਨ ਕੋ ਦਿੜ ਕਰ ਤਰੈ। ਭਾਵੇਂ ਉਹਨਾਂ ਨੇ ਰਾਜੇ ਦੇ ਮਹਿਲ ਦੇ ਵਿੱਚ ਜਾ ਕੇ ਕਿਸੇ ਦੂਸਰੇ ਨੂੰ ਡਰਾ ਧਮਕਾ ਕੇ ਲੁੱਟ ਲਿਆ, ਪਰ ਕਹਿੰਦੇ ਫਿਰ ਜਦੋਂ ਉਹ ਰਾਜਾ ਉਹਨਾਂ ਲੁਟੇਰਿਆਂ ਨੂੰ ਫੜਦਾ ਹੈ ਨਾ ਫੌਜ ਚੜਾ ਕੇ, ਤੇ ਕਹਿੰਦੇ ਫਿਰ ਉਹ ਸੈਨਾ ਦੇ ਘੇਰੇ ਦੇ ਵਿੱਚ ਆ ਕੇ ਪੱਕੇ ਇਰਾਦੇ ਦੇ ਨਾਲ ਕਰਕੇ ਉਹ ਸੈਨਾ, ਉਹ ਰਾਜਾ ਫਿਰ ਉਹਨਾਂ ਚੋਰਾਂ ਨੂੰ ਪਕੜ ਲੈਂਦਾ ਹੈ ਜੀ। ਲੈ ਹੈ ਦਰਬ ਔਰ ਯੋਧ ਹਰੈ, ਬੰਧਨ ਲਹਿ ਅਧਿਕ ਦੁਖ ਪਰੈ। ਸੋ ਫਿਰ ਕਹਿੰਦੇ ਉਹ ਰਾਜਾ ਕੀ ਕਰਦਾ ਏ,
ਉਹਨਾਂ ਮਨੁੱਖਾਂ ਨੂੰ ਪਕੜ ਲੈਂਦਾ ਹੈ, ਉਹਨਾਂ ਤੋਂ ਜਿਹੜਾ ਚੋਰੀ ਕੀਤਾ ਹੋਇਆ ਲੈਂਦਾ ਹੈ, ਤੇ ਫਿਰ ਕਹਿੰਦੇ ਉਹ ਰਾਜਾ ਫਿਰ ਉਹਨਾਂ ਨੂੰ ਹੀ ਆਪਣੇ ਸੰਗਲਾਂ ਦੇ ਵਿੱਚ ਬੰਨ੍ਹ ਕੇ, ਜੰਜੀਰਾਂ ਦੇ ਵਿੱਚ ਬੰਨ੍ਹ ਕੇ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਹੈ। ਭਾਵ ਕਿ ਜਿਹੜਾ ਧਨ ਦਿੱਤਾ ਹੋਇਆ ਹੈ ਸਾਨੂੰ ਅਕਾਲ ਪੁਰਖ ਪ੍ਰਮਾਤਮਾ ਜੀਆਂ ਨੇ, ਉਸੇ ਧਨ ਦੇ ਵਿੱਚ ਫਸ ਕੇ ਜੇ ਇਸ ਸੰਸਾਰ ਦੇ ਜੀਵਾਂ ਨੂੰ ਅਸੀਂ ਲੁੱਟਣਾ ਚਾਹੀਏ, ਲੁੱਟੀਏ, ਤੇ ਭਾਵ ਇਸ ਰਾਜੇ ਅਕਾਲ ਪੁਰਖ ਪ੍ਰਮਾਤਮਾ ਦੀ ਨਗਰੀ ਨੂੰ ਲੁੱਟਣ ਦੇ ਬਰਾਬਰ ਹੈ। ਤੇ ਕਹਿੰਦੇ ਫਿਰ ਜਦੋਂ ਮਨੁੱਖ ਫਸਦਾ ਹੈ ਤੇ ਕਹਿੰਦੇ ਰੱਬ ਫਿਰ ਉਸ ਮਨੁੱਖ ਦੇ ਕੋਲੋਂ ਧਨ ਵੀ ਖੋਹ ਲੈਂਦਾ ਹੈ, ਤੇ ਕਈ ਵਾਰੀ ਇਹੋ ਜਿਹੇ ਬੰਧਨਾਂ ਦੇ ਵਿੱਚ ਪੈ ਜਾਂਦਾ, ਇਹੋ ਜਿਹੇ ਵਿਕਾਰਾਂ ਦੇ ਵਿੱਚ ਫਸ ਜਾਂਦਾ ਕਿ ਅੱਗੇ ਮੌਤ ਹੀ ਆਉਂਦੀ ਹੈ, ਕੋਈ ਬਚਣ ਦਾ ਢੰਗ ਤਰੀਕਾ ਹੀ ਨਹੀਂ ਲੱਭਦਾ, ਕੋਈ ਤਰੀਕਾ ਹੀ ਹੋਰ ਨਹੀਂ ਹੈ ਕਿ ਆਪਣੀ ਮੌਤ ਨੂੰ ਹੀ ਸਫਲੀ ਕਰ ਲਵੇ। ਕਹਿੰਦੇ ਇਸੇ ਤਰੀਕੇ ਦੇ ਨਾਲ ਜਿਵੇਂ ਰਾਜੇ ਦੇ ਘਰ ਦੇ ਵਿੱਚ ਕਿਸੇ ਨੇ ਚੋਰੀ ਕੀਤੀ, ਫਿਰ ਉਹ ਫੜਿਆ ਗਿਆ, ਰਾਜੇ ਨੇ ਉਹਨੂੰ ਬੰਨ੍ਹ ਲਿਆ ਤੇ ਬਹੁਤ ਸਜ਼ਾ ਦਿੱਤੀ ਹੈ ਜੀ। ਅਸ ਕੋ ਕਰਮ ਕਰ ਸੁਖ ਨ ਪਾਵੈ, ਆਪ ਜਸ ਸੰਚੈ ਉਰ ਪਛਤਾਵੈ। ਅਜਿਹੇ ਮਨੁੱਖ ਫਿਰ ਕਦੀ ਵੀ ਸੁਖ ਨਹੀਂ ਪਾ ਸਕਦੇ। ਲਾਲਚੀ ਬਿਰਤੀ ਵਾਲੇ ਜਿਹੜੇ ਦੂਜਿਆਂ ਦਾ ਧਨ, ਦੂਜਿਆਂ ਦਾ ਘਰ ਲੁੱਟ ਕੇ ਆਪਣਾ ਘਰ ਭਰਦੇ ਨੇ, ਅਜਿਹਾ ਬੰਦਾ ਕਦੀ ਵੀ, ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਕਦੀ ਸੁਖੀ ਨਹੀਂ ਹੋ ਸਕਦਾ। ਸਗੋਂ ਸੰਸਾਰ ਦੇ ਵਿੱਚ ਜਦੋਂ ਉਹਦਾ ਭੇਦ ਖੁੱਲਦਾ ਹੈ ਫਿਰ ਕਹਿੰਦੇ ਉਹ ਅਪਜਸ ਹੁੰਦਾ ਹੈ। ਫਿਰ ਅਪਜਸ ਤੋਂ ਭਾਵ ਹੁੰਦਾ, ਇੱਕ ਹੁੰਦਾ ਹੈ ਸੱਚਾ ਜਸ, ਕਿ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਜਿਹੜੀ ਉਹਦੀ ਉਸਤਤੀ ਹੋਣੀ ਹੁੰਦੀ ਹੈ ਨਾ, ਸ਼ੋਭਾ ਹੋਣੀ ਹੁੰਦੀ ਹੈ, ਫਿਰ ਕਹਿੰਦੇ ਉਹ ਨਿੰਦਿਆ ਦੇ ਵਿੱਚ, ਅਪਜਸ ਦੇ ਵਿੱਚ ਬਦਲ ਜਾਂਦੀ ਹੈ। ਫਿਰ ਮਨੁੱਖ ਪਛਤਾਉਂਦਾ ਹੈ, ਫਿਰ ਮਨੁੱਖ ਹੋਰ ਦੁਖੀ ਹੁੰਦਾ ਹੈ ਜੀ। ਅਬ ਤੋ ਛਿਮਾ ਕਰਨ ਪਲਮਾਨ, ਛਮੀ ਸਹਾਏ ਹੋਏ ਭਗਵਾਨ। ਇਸ ਕਰਕੇ ਸਾਨੂੰ ਅਜਿਹੇ ਮਨੁੱਖਾਂ ਦੇ ਉੱਪਰ ਦੁਬਾਰਾ ਕੋਨਾ ਵਾਸਤੇ ਬੋਲ ਕਬੋਲ ਨਹੀਂ ਬੋਲਣੇ ਚਾਹੀਦੇ, ਸਗੋਂ ਮਾਫ ਕਰ ਦੇਣਾ ਚਾਹੀਦਾ ਹੈ। ਅਤੇ ਜੋ ਮਨੁੱਖ ਦੂਜੇ ਮਨੁੱਖ ਦੀ ਗਲਤੀ ਨੂੰ ਮਾਫ ਕਰ ਦੇਵੇ, ਉਹਦੇ ਉੱਪਰ ਭਗਵਾਨ ਅਕਾਲ ਪੁਰਖ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ। ਉਸ ਮਨੁੱਖ ਦੇ ਉੱਪਰ ਪਰਮਾਤਮਾ ਦੀ ਬੜੀ ਖੁਸ਼ੀ ਹੁੰਦੀ ਹੈ ਜੀ। ਬੋ ਅਪਮਾਨ ਰੋ ਮ੍ਰਿਤ ਕੋ ਪਾਵੈ, ਧਨ ਕੇ ਲੋਪ ਦੁਸ਼ਟ ਲਲਚਾਵੈ। ਅਜਿਹਾ ਮਨੁੱਖ ਫਿਰ ਬਹੁਤ ਅਪਮਾਨ ਪਾਉਂਦਾ ਹੈ ਸੰਸਾਰ ਦੇ ਵਿੱਚ, ਅਤੇ ਪਰਲੋਕ ਦੇ ਵਿੱਚ ਉਹਦੀ ਸ਼ੋਭਾ ਨਹੀਂ ਹੁੰਦੀ। ਫਿਰ ਦੁਸ਼ਟ ਹੁੰਦਾ ਹੈ, ਉਹ ਭੈੜੇ ਕਰਮ ਕਰਦਾ ਹੈ, ਲਾਲਚੀ ਬਿਰਤੀ ਨੂੰ ਨਾਲ ਲੈ ਕੇ ਮਰ ਜਾਂਦਾ ਹੈ ਜੀ। ਬੜੇ ਮਨੁਜ ਦਰ ਜੋਦਨ ਆਦ, ਲਾਗੇ ਲੋਪ ਤਿਆਗੀ ਮੇਰੇ ਜਾਦ। ਸੋ ਕਹਿਣ ਲੱਗੇ ਵੇਖੋ ਵੱਡੇ ਵੱਡੇ ਕਈ ਰਾਜੇ ਅਜਿਹੇ ਵੀ ਹੋਏ ਨੇ। ਇੱਥੇ ਨਾਮ ਜਿਹੜਾ ਕਵੀ ਜੀ ਨੇ ਲਿਖਿਆ ਦੁਰਜੋਧਨ ਵਰਗੇ, ਕਹਿੰਦੇ ਉਹ ਦੁਰਜੋਧਨ ਵਰਗੇ ਇੱਥੇ ਸੰਸਾਰ ਦੇ ਵਿੱਚ ਬਹੁਤ ਵੱਡੇ ਰਾਜੇ ਹੋਏ, ਪਰ ਕਹਿੰਦੇ ਨੇ ਧਨ ਪਦਾਰਥ ਦੇ ਲੋਭ ਦੇ ਵਿੱਚ ਲੱਗ ਗਏ ਤੇ ਉਹਨਾਂ ਨੇ ਮਰਿਆਦਾ ਛੱਡ ਦਿੱਤੀ। ਮਰਿਆਦਾ ਤੋਂ ਭਾਵ ਹੁੰਦਾ ਹੈ ਇਸ ਸੰਸਾਰ ਦੇ ਜੀਵਾਂ ਦੀ ਜਿਹੜੀ ਕਿਰਤ ਹੈ ਉਹਦੇ ਵਿੱਚ ਵਿਘਨ ਪਾਉਣਾ, ਉਸ ਮਰਿਆਦਾ ਨੂੰ ਭੰਗ ਕਰ ਦੇਣਾ। ਕਿਉਂਕਿ ਧਰਮ ਦਾ ਨਾਮ ਹੀ ਮਰਿਆਦਾ ਹੈ, ਕਾਨੂੰਨ ਹੈ। ਜਿਹੜਾ ਬੰਦਾ ਰੱਬ ਦੇ ਹੁਕਮ ਦੇ ਵਿੱਚ ਨਹੀਂ ਚੱਲ ਸਕਦਾ, ਮਰਿਆਦਾ ਦੇ ਵਿੱਚ ਚੱਲ ਨਹੀਂ ਸਕਦਾ, ਕਹਿੰਦੇ ਉਹ ਮਨੁੱਖ ਫਿਰ ਸੰਸਾਰ ਦੇ ਲਈ ਬਹੁਤ ਘਾਤਕ ਹੁੰਦਾ ਹੈ। ਤੇ ਅਜਿਹਾ ਮਨੁੱਖ ਸੰਸਾਰ ਦੇ ਕਈ ਜੀਵਾਂ ਨੂੰ ਦੁਖੀ ਕਰਦਾ ਹੈ। ਤੇ ਇੱਥੇ ਕਵੀ ਜੀ ਕਹਿੰਦੇ ਉਹ ਲੋਭ ਦੇ ਵਿੱਚ ਲੱਗ ਕੇ, ਜਿਵੇਂ ਦੁਰਯੋਧਨ ਨੇ ਮਰਿਆਦਾ ਛੱਡ ਦਿੱਤੀ, ਸੰਸਾਰ ਦੇ ਵਿੱਚ ਰਹਿਣਾ ਕਿਵੇਂ ਇਹ ਭੁੱਲ ਗਿਆ ਹੈ ਜੀ। ਸਭ ਹੀ ਆਪਦਾ ਪਾਵਤ ਰਹੀ, ਸੁਖ ਕੋ ਚਾਤ ਕਸ਼ਟ ਕੋ ਲਹੀ। ਪਰ ਅਜਿਹੇ ਮਨੁੱਖ ਫਿਰ ਕਹਿੰਦੇ ਨੇ ਆਪਦਾ ਦੇ ਵਿੱਚ ਫਸ ਜਾਂਦੇ ਨੇ, ਭੈੜੇ ਕੁਕਰਮਾਂ ਦੇ ਵਿੱਚ ਫਸ ਜਾਂਦੇ ਹਨ, ਦੁੱਖਾਂ ਦੇ ਵਿੱਚ ਫਸ ਜਾਂਦੇ ਨੇ। ਚਾਹੁੰਦੇ ਤੇ ਸੁਖ ਨੇ, ਪਰ ਕਹਿੰਦੇ ਉਹ ਸੁਖ ਜਿਹੜੇ ਨੇ ਦੁੱਖ ਦਿੰਦੇ ਨੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਨਾ, ਦੁੱਖ ਦਾਰੂ ਸੁਖ ਰੋਗ ਭਇਆ।
ਕਹਿੰਦੇ ਕਈ ਵਾਰੀ ਦੁੱਖ ਜਿਹੜਾ ਨਾ ਉਹ ਸਾਡੇ ਲਈ ਦਵਾ ਬਣ ਜਾਂਦਾ ਹੈ, ਤੇ ਕਈ ਵਾਰੀ ਸੁੱਖ ਸਾਡੇ ਲਈ ਰੋਗ ਬਣ ਜਾਂਦਾ ਹੈ। ਸੋ ਜਿਹੜਾ ਬੰਦਾ ਲਾਲਚ ਕਰਦਾ ਹੈ, ਲੋਭ ਕਰਦਾ ਹੈ ਨਾ ਧਨ ਵਾਸਤੇ, ਕਿ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਭਵਿੱਖ ਦੇ ਵਿੱਚ ਮੈਂ ਕਮਾਵਾਂਗਾ ਤੇ ਖਾ ਸਕਾਂਗਾ, ਵਿਹਲਾ ਬੈਠ ਕੇ ਖਾ ਸਕਾਂਗਾ, ਪਰ ਗੁਰਬਾਣੀ ਕਹਿੰਦੀ ਉਹ ਇਹ ਨਹੀਂ ਸਮੇਂ ਵਿੱਚ ਕੰਡੇ ਬੀਜੇ ਜਾ ਰਹੇ ਨੇ, ਜਿਹੜੇ ਮੇਰੇ ਹੀ ਪੈਰਾਂ ਦੇ ਵਿੱਚ ਚੁਭਣਗੇ, ਮੇਰੇ ਦੁਖੀ ਹੋਵਾਂਗਾ। ਗੁਰਬਾਣੀ ਕਹਿੰਦੀ ਹੈ, ਕਵੀ ਜੀ ਕਹਿੰਦੇ ਹਨ, ਅਜਿਹਾ ਮਨੁੱਖ ਫਿਰ ਕੁਝ ਕੁ ਸੁੱਖ ਦੇ ਵਾਸਤੇ ਲਾਲਚ ਕਰਦਾ ਹੈ, ਪਰ ਕਹਿੰਦੇ ਉਹ ਸੁੱਖ ਦੇ ਵਿੱਚੋਂ ਉਹਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ, ਲਾਲਚ ਦੇ ਵਿੱਚੋਂ ਸਗੋਂ ਦੁੱਖ ਹੀ ਪ੍ਰਾਪਤ ਹੁੰਦਾ ਹੈ ਜੀ। ਧੀਰ ਮਲ ਕੋ ਭਾਗ ਨ ਲੀਨਸ, ਹਮਨੇ ਕੁਛ ਲਾਲਚ ਨ ਕੀਨਸ। ਸੋ ਕਹਿਣ ਲੱਗੇ ਕਿ ਧੀਰ ਮਲ ਨੇ ਬੇਸ਼ੱਕ ਸਾਡੇ ਘਰ ਦੇ ਉੱਪਰ ਹਮਲਾ ਕੀਤਾ ਹੈ, ਪਰ ਸਾਡੀ ਬਿਰਤੀ ਲਾਲਚ ਵਾਲੀ ਨਹੀਂ ਹੈ। ਸਾਨੂੰ ਅਕਾਲ ਪੁਰਖ ਪ੍ਰਮਾਤਮਾ ਜੀਆਂ ਨੇ ਸ਼ੁਭ ਗੁਣ ਦਿੱਤੇ ਹਨ ਜੀ। ਆਇਓ ਸਿੱਖਿਆ ਪਾਵਨੀ ਸਾਥ, ਅਰਪੀ ਵਸਤੂ ਜੋਰ ਜੁਗ ਹਾਥ। ਕਹਿਣ ਲੱਗੇ ਅਸੀਂ ਕਿਹੜਾ ਧੀਰ ਮਲ ਦੇ ਘਰ ਦੇ ਵਿੱਚੋਂ ਧਨ ਲੈ ਕੇ ਆਂਦਾ, ਜਾਂ ਕਿਸੇ ਨਾਲ ਜ਼ੋਰ ਜਬਰੀ ਕਰਕੇ ਧਨ ਲੈ ਕੇ ਆਂਦਾ ਹੈ। ਇਹ ਤਾਂ ਮੱਖਣ ਸ਼ਾਹ ਜੀ ਭਾਵਨਾ ਧਾਰ ਕੇ ਆਇਆ। ਉਹਨੇ ਕਿਹਾ ਸੀ ਕਿ ਗੁਰੂ ਸਾਹਿਬ ਜੀ ਮੇਰਾ ਬੇੜਾ ਬੰਨੇ ਲਾ ਦਿਓ। ਬੇੜਾ ਬੰਨੇ ਲੱਗ ਗਿਆ, ਭਾਵਨਾ ਲੈ ਕੇ ਉਹ ਇੱਥੇ ਆਇਆ। ਉਸੇ ਨੇ ਧਨ ਜਿਹੜਾ ਹੈ ਉਹ ਦਿੱਤਾ ਭਾਵਨਾ ਦੇ ਨਾਲ, ਤੇ ਕਹਿੰਦੇ ਨੇ ਹੱਥ ਜੋੜ ਕੇ ਉਹਨਾਂ ਨੇ ਇਹ ਭੇਟਾ ਸਾਨੂੰ ਅਰਪਣ ਕੀਤੀ ਹੈ। ਉਹਨਾਂ ਨੇ ਹੀ ਮੱਖਣ ਸ਼ਾਹ ਜੀ ਨੇ ਸਾਨੂੰ ਭੇਟਾ ਸਾਡੇ ਅੱਗੇ ਰੱਖੀ ਹੈ ਜੀ। ਨਹੀਂ ਅਕਾਰਨ ਡੇਰੇ ਗਏ, ਆਪੇ ਆਏ ਉਪਾਇਨ ਦਏ। ਸੋ ਕਹਿਣ ਲੱਗੇ ਅਸੀਂ ਕਿਹੜਾ ਮੱਖਣ ਸ਼ਾਹ ਜੀ ਨੂੰ ਆਪ ਆਵਾਜ਼ ਮਾਰ ਕੇ ਲਿਆਂਦਾ ਵੀ ਭਾਈ ਇੱਧਰ ਆਓ, ਗੁਰਗੱਦੀ ਸਾਨੂੰ ਪ੍ਰਾਪਤ ਹੋਈ ਹੈ। ਇਹ ਬਾਕੀ 22 ਮੰਜੀਆਂ ਵਾਲੇ, ਬਾਕੀ ਜਿਹੜੇ ਨਕਲੀ ਗੁਰੂ, ਝੂਠੇ ਗੁਰੂ ਬਣ ਕੇ ਬੈਠੇ ਨੇ, ਇਹਨਾਂ ਸਾਰਿਆਂ ਨੇ ਆਪਣੇ ਆਪਣੇ ਮਸੰਦ ਭੇਜੇ ਸਨ ਮੱਖਣ ਸ਼ਾਹ ਜੀ ਦੇ ਕੋਲੇ ਵੀ ਆਓ, ਸਾਡਾ ਗੁਰੂ ਜ਼ਿਆਦਾ ਮਹਾਨ ਹੈ, ਸਾਡਾ ਗੁਰੂ ਜ਼ਿਆਦਾ ਪਵਿੱਤਰ ਹੈ। ਤੇ ਮੱਖਣ ਸ਼ਾਹ ਜੀ ਨੇ ਕੀ ਕੀਤਾ ਸੀ ਕਿ ਦੋ ਦੋ ਮੋਹਰਾਂ ਸਾਰਿਆਂ ਦੇ ਅੱਗੇ ਰੱਖ ਦਿੱਤੀਆਂ। ਤੇ ਵੇਖੋ, ਜਿੱਥੇ ਸਾਡਾ ਗੁਰੂ ਇੰਨਾ ਸੁਚੇਤ ਹੈ, ਉੱਥੇ ਸਿੱਖ ਵੀ ਬਹੁਤ, ਪਰ ਸਿੱਖ ਹੋਣਾ ਚਾਹੀਦਾ, ਸਿੱਖਿਆ ਤੇ ਚੱਲਣ ਵਾਲਾ, ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੋਵੇ। ਗੁਰ ਸਤਿਗੁਰੂ ਕਾ ਜੋ ਸਿੱਖ ਆਖਾਏ, ਸੋ ਭਲਕੇ ਉਠਾਰ ਨਾਮ ਤੇ ਆਏ। ਸਿੱਖਿਆ ਤੇ ਚੱਲਣ ਵਾਲਾ, ਗੁਰੂ ਦੀ ਸਿੱਖੀ ਧਾਰਨ ਕਰਨ ਵਾਲਾ ਸੁਚੇਤ ਹੋਵੇ। ਉਹ ਵੀ ਇੰਨਾ ਜ਼ਿਆਦਾ ਸੁਚੇਤ ਹੋਵੇ ਕਿ ਉਹ ਆਪਣੀ ਮਤ ਅਨੁਸਾਰ ਗੁਰੂ ਦੀ ਗੱਲ ਨੂੰ ਵੀ ਜਾਣ ਲੈਂਦਾ ਹੋਵੇ, ਗੁਰੂ ਨੂੰ ਬੁੱਝ ਲੈਂਦਾ ਹੋਵੇ ਮੇਰਾ ਗੁਰੂ ਕਿਹੜਾ ਹੈ। ਮੱਖਣ ਸ਼ਾਹ ਜੀ ਨੇ ਕਿਹਾ, ਮੈਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਸੀ ਕਿ ਮਹਾਰਾਜ ਮੇਰਾ ਬੇੜਾ ਬੰਨੇ ਲਾ ਦਿਓ, ਮੈਂ ਤੁਹਾਡੇ ਦਰਸ਼ਨਾਂ ਵਾਸਤੇ ਆਵਾਂਗਾ। ਸੋ ਇੰਨੀ ਜ਼ਿਆਦੀ ਭੇਟਾ, ਇੰਨਾ ਧਨ ਭੇਟਾ ਦੇ ਰੂਪ ਦੇ ਵਿੱਚ ਲੈ ਕੇ ਆਵਾਂਗਾ। ਜਿਹੜਾ ਅਸਲੀ ਗੁਰੂ ਹੋਏਗਾ, ਹਿਰਦੇ ਦੀ ਜਾਣਨ ਵਾਲਾ ਹੋਏਗਾ, ਮੈਨੂੰ ਪਹਿਲਾਂ ਹੀ ਦੱਸ ਦੇਗਾ ਵੀ ਭਾਈ ਬੇੜਾ ਤੇਰਾ ਅਸੀਂ ਬੰਨੇ ਲਾਇਆ ਹੈ, ਬੇੜੇ ਤੇਰੇ ਨੂੰ ਅਸੀਂ ਪਾਰ ਲੰਘਾਇਆ ਹੈ। ਔਰ ਜਦੋਂ ਪਰਮਾਤਮਾ ਦੇ ਨਾਲ, ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਸਾਹਿਬ ਜੀ ਦੇ ਨਾਲ ਜੋ
ਜਿਹੜਾ ਪਿੰਡ ਦੇ ਵਿੱਚ ਦੇ ਦਿੱਤਾ ਸੀ। ਇਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਨਾ ਤਾਂ ਅਸੀਂ ਮੱਖਣ ਸ਼ਾਹ ਨੂੰ ਬੁਲਾਉਣ ਗਏ ਡੇਰੇ ਦੇ ਵਿੱਚੋਂ ਵੀ ਭਾਈ ਤੂੰ ਸਾਡੇ ਵੱਲ ਚੱਲ ਕੇ ਆ, ਉਹ ਆਪ ਹੀ ਆਇਆ ਹੈ, ਆਪ ਆਣ ਕੇ ਸਾਡੇ ਅੱਗੇ ਭੇਟਾ ਜਿਹੜੀ ਹੈ ਉਹ ਰੱਖ ਦਿੱਤੀ ਹੈ। ਜੋ ਉਹਨੇ ਵਾਅਦਾ ਕੀਤਾ ਸੀ ਗੁਰੂ ਘਰ ਦੇ ਨਾਲ ਉਹ ਪੂਰਾ ਕੀਤਾ ਹੈ ਜੀ। ਜਾਂ ਤੇ ਸਾ ਕੋਈ ਜਿਸ ਕੇ ਦਿਖਤ ਰੋਸ ਜੁਤ ਹੋਈ। ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਵੀ ਇਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ, ਜਿਹਦੇ ਕਰਕੇ ਧੀਰ ਮੱਲ ਜਿਹੜਾ ਹੈ ਉਹ ਗੁੱਸੇ ਦੇ ਵਿੱਚ ਆਵੇ, ਸਾਡੇ ਉੱਪਰ ਹਮਲਾ ਕਰ ਦੇਵੇ ਜੀ। ਇਸ ਤੇ ਚਯਤ ਬਹੀ ਕਾਲ ਹੋਏ ਅਨਾਦਰ ਕਸ਼ਟ ਵਿਸਾਲ। ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ ਕਿ ਜੋ ਵੀ ਮਨੁੱਖ ਧਨ ਵਾਸਤੇ ਲਾਲਚ ਬਿਰਤੀ ਰੱਖ ਕੇ ਕਦੀ ਵੀ ਕਿਸੇ ਮਨੁੱਖ ਨੂੰ ਮੰਦਾ ਬੋਲਦਾ ਹੈ, ਕਦੀ ਕਿਸੇ ਦੂਜੇ ਮਨੁੱਖ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦਾ ਹੈ ਨਾ, ਇੱਕ ਦਿਨ ਉਸ ਮਨੁੱਖ ਦਾ ਪਾਜ ਉਗੜ ਜਾਂਦਾ ਹੈ। ਤੇ ਕਹਿੰਦੇ ਫਿਰ ਉਹ ਮਨੁੱਖ ਜਿਹਨੂੰ ਆਦਰ ਮਿਲਦਾ ਹੋਵੇ ਉਸੇ ਆਦਰ ਦੇ ਅੱਗੇ ਅਨਾਦਰ ਲੱਗ ਜਾਂਦਾ ਹੈ। ਫਿਰ ਕਹਿੰਦੇ ਉਹੀ ਜਿਹੜਾ ਸ਼ੋਭਾ ਪਾ ਰਿਹਾ ਸੀ ਕੁਝ ਦਿਨ ਪਹਿਲਾਂ, ਉਹਦਾ ਪਾਜ ਉਗਣ ਤੋਂ ਬਾਅਦ ਉਹਦਾ ਪਾਜ ਜਦੋਂ ਉਗੜਿਆ ਤੇ ਫਿਰ ਕਹਿੰਦੇ ਸੰਸਾਰ ਦੇ ਜੀਵ ਉਹਨਾਂ ਨੂੰ ਮੱਥੇ ਨਹੀਂ ਲਾਉਂਦੇ ਹਨ ਜੀ। ਇਮ ਆਪਸ ਮੈਂ ਬਾਕ ਕਰੰਤੇ ਪਰਮ ਦੁਖ ਜਨਨੀ ਜੁਤ ਚਿੰਤੇ। ਇਸ ਤਰੀਕੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀਆਂ ਜੀਆਂ ਦੇ ਨਾਲ ਵਿਚਾਰਾਂ ਕਰ ਰਹੇ ਹਨ ਜੀ। ਏਤਿਕ ਸਿਖਤੈ ਦੇਖਨ ਕਰਿਓ ਹਾਹਾਕਾਰ ਗ੍ਰਾਮ ਮੈਂ ਪਰਿਓ। ਕੁਝ ਕੁ ਗੁਰੂ ਦੀ ਸਿੱਖਾਂ ਨੇ ਇਹ ਵੇਖਣਾ ਕਰਿਆ, ਇਹ ਵੇਖਿਆ ਕਿ ਬੜੀ ਹਾਹਾਕਾਰ ਗ੍ਰਾਮ ਦੇ ਵਿੱਚ ਪਿੰਡ ਦੇ ਵਿੱਚ ਮੱਚੀ ਹੋਈ ਹੈ ਜੀ। ਧੀਰ ਮਲ ਤਨ ਤੇ ਗਰਬਾਵਾ ਕਰਤ ਆਪੇ ਗੁਰ ਤਾਂ ਦਾਵਾ। ਤੇ ਪਿੰਡ ਦੇ ਕੁਝ ਗੁਰਸਿੱਖ ਜਨ ਉਹ ਕਹਿੰਦੇ ਧੀਰ ਮਲ ਜਿਹੜਾ ਏ ਉਹ ਪੈਸੇ ਦੇ ਧਨ ਦੇ ਮੋਹ ਦੇ ਵਿੱਚ ਫਸਿਆ ਹੋਇਆ ਖੌਮੇ ਕਰਦਾ ਪਿਆ ਹੈ, ਗਰਭ ਗੁਮਾਨ ਕਰਦਾ ਪਿਆ ਹੈ। ਕਹਿੰਦਾ ਵੀ ਗੁਰਗੱਦੀ ਜਿਹੜੀ ਮਿਲੀ ਹੈ ਉਹ ਮੈਨੂੰ ਪ੍ਰਾਪਤ ਹੋਈ ਹੈ, ਤੇ ਗੁਰਗੱਦੀ ਦੇ ਉੱਪਰ ਐਵੇਂ ਝੂਠਾ ਹੀ ਆਪ ਦਾ ਦਾਵਾ ਕਰ ਬੈਠਾ ਹੈ ਜੀ। ਜੇ ਕਰ ਕਰਾਮਾਤ ਮੈਂ ਪੂਰਾ ਕਿਉ ਨਾ ਸਿੱਖਿਆ ਬੁਲਾਏ ਹਦੂਰਾ। ਸੋ ਕਹਿਣ ਲੱਗੇ ਜੇ ਸੱਚਮੁੱਚ ਧੀਰ ਮੱਲ ਦੇ ਕੋਲ ਗੁਰਗੱਦੀ ਹੁੰਦੀ ਤੇ ਕਹਿੰਦੇ ਫਿਰ ਸਿੱਖਾਂ ਨੇ ਆਪਣੇ ਆਪ ਉਹਨਾਂ ਦੇ ਕੋਲ ਚੱਲ ਕੇ ਪਹੁੰਚਣਾ ਸੀ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸ਼ਰਧਾ ਭਾਵਨਾ ਦੇ ਨਾਲ ਕੋਈ ਗੁਰੂ ਵੱਲ ਮੁੱਖ ਕਰਕੇ ਤਾਂ ਵੇਖੇ ਕਿ ਮਹਾਰਾਜ ਮੈਂ ਸਾਰੇ ਦੁਆਰੇ ਫਿਰ ਕੇ ਆ ਚੁੱਕਾ ਹੈ, ਮੈਨੂੰ ਕਿਸੇ ਦੇ ਉੱਪਰ ਕੋਈ ਵਿਸ਼ਵਾਸ ਭਰੋਸਾ ਕੋਈ ਇਹੋ ਜਿਹਾ ਮਿਲਿਆ ਹੀ ਨਹੀਂ ਹੈ ਵੀ ਜਿਹੜਾ ਤੇਰੀ ਬਰਾਬਰੀ ਕਰ ਸਕਦਾ, ਜਿਹੜਾ ਮੇਰੇ ਦੁੱਖ ਸੁੱਖ ਨੂੰ ਕੱਟ ਸਕਦਾ ਹੋਵੇ। ਦਰਮਾਂ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ। ਸੁਰਤ ਦਾ ਅਰਥ ਹੈ ਤੇਰੇ ਤੋਂ ਬਿਨਾ ਮੇਰੀ ਕੋਈ ਸੰਭਾਲ ਕਰਨ ਵਾਲਾ ਨਹੀਂ ਹੈ, ਤੇਰੇ ਤੋਂ ਬਿਨਾ ਮੇਰੀ ਕੋਈ ਸੰਭਾਲ ਕਰ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਕਰਦਾ ਹੈ। ਕਿਉਂਕਿ ਕਿਸੇ ਤੋਂ ਵੀ ਅਸੀਂ ਕੋਈ ਧਨ ਪਦਾਰਥ ਮੰਗਦੇ ਹਾਂ ਜਾਂ ਕੁਝ ਵੀ ਚੀਜ਼ ਮੰਗਦੇ ਹਾਂ ਤੇ ਉਸ ਦੇ ਅੱਗੇ ਨਾਮ ਲਾਇਆ ਜਾਂਦਾ ਉਧਾਰ। ਉਧਾਰ ਤੋਂ ਭਾਵ ਹੁੰਦਾ ਵੀ ਕੁਝ ਸਮੇਂ ਬਾਅਦ ਅਸੀਂ ਉਹਨੂੰ ਉਹ ਮੋੜਨਾ ਹੈ, ਕੁਝ ਸਮੇਂ ਬਾਅਦ ਅਸੀਂ ਉਹਨੂੰ ਚੁਕਾਉਣਾ ਹੈ। ਪਰ ਕਹਿੰਦੇ ਰੱਬ ਜਿਹੜਾ ਹੈ, ਪ੍ਰਮਾਤਮਾ ਜਿਹੜਾ ਹੈ ਉਹ ਇਹੋ ਜਿਹਾ ਹੈ ਕਿ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋ ਤਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਹਿੰਦੇ ਉਸ ਦਾਤੇ ਨੂੰ ਸਾਨੂੰ ਦੇ ਕੇ, ਦਾਤਾਂ ਦੇ ਕੇ ਕੋਈ ਤਿਲ ਮਾਤਰ ਵੀ ਕੋਈ ਤਮਾ ਨਹੀਂ ਹੈ ਵੀ ਇਹਨੂੰ ਦਾਤ ਦਿੱਤੀ ਹੈ ਤੇ ਇਹਦੇ ਵਿੱਚੋਂ ਕੋਈ ਮੈਨੂੰ ਵਿਆਜ ਜਾਂ ਕੋਈ ਮੂਲ ਮਿਲੇਗਾ। ਰੱਬ ਜੀ ਨੂੰ ਕੁਛ ਨਹੀਂ ਉਹਦੇ ਵਿੱਚੋਂ, ਉਹਦਾ ਫਰਜ਼ ਬਣਦਾ ਹੈ ਉਹ ਸਾਨੂੰ ਦਾਤਾਂ ਦਿੰਦਾ ਹੈ। ਸਾਡੇ ਲਈ ਦਾਤਾਂ ਹੀ ਸਾਡੇ ਲਈ ਪੈਦਾ ਉਹਨੇ ਕੀਤੀਆਂ ਤੇ ਸਾਨੂੰ ਦੇਣ ਵਾਸਤੇ ਉਹ ਦਾਤਾਂ ਪ੍ਰਮਾਤਮਾ ਹਰ ਵਕਤ ਦਿੰਦਾ ਹੈ। ਸਾਥ ਸਾਥ ਸੰਭਾਲਦਾ ਹੈ ਸਾਡਾ ਪ੍ਰਮਾਤਮਾ ਵਾਹਿਗੁਰੂ, ਹਰ ਵਕਤ ਸਾਡੀ ਸੰਭਾਲ ਕਰਦਾ ਹੈ। ਸੋ ਕਹਿਣ ਲੱਗੇ ਅਜਿਹੇ ਅਕਾਲ ਪੁਰਖ ਪ੍ਰਮਾਤਮਾ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ। ਤੇ ਕਹਿੰਦੇ ਜੇ ਸਿੱਖ ਕਹਿੰਦੇ ਜੇ ਧੀਰ ਮੱਲ ਸੱਚਮੁੱਚ ਹੀ ਆਪਣੇ ਆਪ ਨੂੰ ਗੁਰੂ ਸਮਝਦਾ ਹੈ
ਤੇ ਫਿਰ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਿਰਦੇ ਦੀ ਜਾਣ ਲੈਂਦੇ ਸਨ, ਬੁੱਝ ਲੈਂਦੇ ਨੇ। ਪਹਿਲੇ ਗੁਰੂ ਸਾਹਿਬਾਨਾਂ ਨੂੰ ਕੋਈ ਵੀ ਕਿਤੇ ਕੋਈ ਯਾਦ ਕਰਦਾ ਸੀ ਤੇ ਗੁਰੂ ਸਾਹਿਬ ਉਹਨਾਂ ਨੂੰ ਦਰਸ਼ਨ ਦਿੰਦੇ ਨੇ, ਸਿੱਖ ਚੱਲ ਕੇ ਉਹਨਾਂ ਦੇ ਕੋਲ ਆਉਂਦੇ ਸੀਗੇ। ਇਵੇਂ ਹੀ ਇਹ ਘਰੇ ਇਹ ਵੀ ਕੋਈ ਸ਼ਰਧਾ ਵਿਖਾਵੇ, ਗੁਰੂ ਸਾਹਿਬਾਨ ਵਾਂਗੂ ਕੋਈ ਅੰਦਰ ਦੀ ਇਹਦੇ ਅੰਦਰ ਕਰਾਮਾਤ ਹੋਵੇ ਤਾਂ ਹੀ ਕੁਝ ਵਿਖਾਵੇ, ਨਾ ਹੈ ਤਾਂ ਝੂਠਾ ਗੁਰੂ। ਇਸ ਕਰਕੇ ਸਿੱਖ ਕਹਿੰਦੇ ਨੇ ਐਵੇਂ ਦਾਵਾ ਝੂਠਾ ਦਾਵਾ ਹੀ ਗੁਰਗੱਦੀ ਦਾ ਕਰ ਬੈਠਾ ਹੈ ਜੀ। ਮਨ ਖਿੱਚ ਆਪਣੇ ਮੈਂ ਲਾਵੇ, ਜਿਸ ਤੇ ਸਭ ਹੀ ਪੇਟ ਚੜਾਵੇ। ਸੋ ਕਹਿਣ ਲੱਗੇ ਗੁਰੂ ਤਾਂ ਉਹੀ ਹੈ ਜਿਹੜਾ ਇਸ ਮਨ ਦੇ ਵਿੱਚੋਂ ਮੈਲ ਕੱਟ ਦੇਵੇ। ਇਸ ਮਨ ਵਿੱਚੋਂ ਜਿਹੜਾ ਆਪ ਲੋਭ ਤੇ ਲਾਲਚ ਦੇ ਵਿੱਚ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ, ਉਹ ਕਿਸੇ ਦਾ ਕੀ ਸਵਾਰ ਸਕਦਾ ਹੈ, ਉਹ ਕਿਸੇ ਦਾ ਕੀ ਸਵਾਰੇਗਾ। ਧੀਰ ਮਲ ਤਾਂ ਆਪ ਲਾਲਚ ਕਰਦਾ ਹੈ, ਆਪ ਲੋਭ ਕਰਦਾ ਪਿਆ ਹੈ। ਇਸ ਕਰਕੇ ਧੀਰ ਮਲ ਜਿਹੜਾ ਹੈ ਉਹ ਝੂਠਾ ਦਾਵਾ ਕਰਦਾ ਹੈ ਵੀ ਗੁਰਗੱਦੀ ਮੈਨੂੰ ਪ੍ਰਾਪਤ ਹੋਈ ਹੈ, ਝੂਠਾ ਦਾਵਾ ਜਿਹੜਾ ਉਹ ਕਰ ਬੈਠਾ ਹੈ ਜੀ। ਏ ਅਜੋਗਤਾ ਕੀਨ ਵਿਸਾਲਾ, ਪਰ ਕਰ ਮੈਂਬਰ ਤਰੀ ਕੋ ਚਾਲਾ। ਸੋ ਕਹਿਣ ਲੱਗੇ ਧੀਰ ਮਲ ਦੇ ਮਸੰਦਾ ਨੇ ਬਹੁਤ ਭੈੜੀ ਅਯੋਗਤਾ ਕੀਤੀ ਹੈ। ਇੱਕ ਹੁੰਦਾ ਯੋਗ, ਯੋਗਤਾ ਭਾਵ ਕਿ ਸਹੀ ਕੰਮ ਕਰਨਾ। ਇੱਕ ਹੁੰਦਾ ਅਯੋਗ, ਜਿਹੜਾ ਸਹੀ ਤੋਂ ਉਲਟ ਕਰ ਦਿੱਤਾ ਜਾਂਦਾ ਹੋਵੇ। ਕਹਿੰਦੇ ਇਹਨਾਂ ਨੇ ਕੀ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਉੱਪਰ ਹਮਲਾ ਕੀਤਾ ਅਤੇ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਧਨ ਸੀਗਾ ਉਹ ਲੁੱਟ ਕੇ ਲੈ ਆਂਦਾ ਹੈ ਜੀ। ਸਗਰੀ ਵਸਤ ਲੂਟ ਕਰ ਲੀਨ, ਕਿਨਹੁ ਨਾਹਿਨ ਬਰਜਨ ਕੀਨ। ਤੇ ਇਸ ਤਰੀਕੇ ਦੇ ਨਾਲ ਕਹਿੰਦੇ ਮਸੰਦਾਂ ਨੇ ਹਮਲਾ ਕੀਤਾ ਤੇ ਜਿਹੜੀ ਮੱਖਣ ਸ਼ਾਹ ਜੀਆਂ ਵੱਲੋਂ ਦਿੱਤੀ ਹੋਈ ਭੇਟਾ ਸੀ ਗੁਰੂ ਘਰ ਨੂੰ, ਉਹ ਵੀ ਕਹਿੰਦੇ ਲੁੱਟ ਕੇ ਲੈ ਆਂਦੀ ਹੈ ਜੀ। ਇਮੰਜੇ ਹੋਏ ਨਿਬਲ ਰਹਿ ਨਾਹੀ, ਸਬਲ ਸੰਗਾਰ ਸ਼ੀਨ ਲਿਜਾਹੀ। ਸੋ ਗੁਰਸਿੱਖ ਕਹਿੰਦੇ ਨੇ ਜੇ ਆਪਾਂ ਇਸੇ ਤਰੀਕੇ ਦੇ ਨਾਲ ਚੁੱਪ ਕਰਕੇ ਬੈਠੇ ਰਹਿਣਾ, ਅੱਜ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਉੱਪਰ ਹਮਲਾ ਕੀਤਾ, ਫਿਰ ਇਹ ਹੌਲੀ ਹੌਲੀ ਗਿੱਝ ਜਾਣਗੇ। ਇਸ ਕਰਕੇ ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹਨਾਂ ਦਾ ਹੱਥ ਪੈ ਜਾਏਗਾ। ਦੁਬਾਰਾ ਫਿਰ ਜਦੋਂ ਵੀ ਕਿਸੇ ਦੇ ਕੋਲ ਧਨ ਆਇਆ ਕਰੇਗਾ ਇਹ ਲੁੱਟ ਕੇ ਲੈ ਜਾਇਆ ਕਰਨਗੇ ਜੀ। ਹਿਮ ਕਹਤੇ ਕੇਤਿਕ ਮਿਲ ਗਏ, ਸਿੱਖਿਆ ਸੋ ਸਕ ਦੁਖਤ ਮਨ ਪਏ। ਇਵੇਂ ਦੀਆਂ ਵਿਚਾਰਾਂ ਕਰਦੇ ਹੋਏ ਸਿੱਖਾਂ ਨੇ ਆਪ ਸਮੇਂ ਇਕੱਠ ਕੀਤਾ, ਆਪ ਸਮੇਂ ਸਲਾਹ ਕੀਤੀ ਹੈ ਜੀ। ਨਹੀਂ ਅਜੋਗਤਾ ਸਕੈ ਸਾਰੀ, ਕਰੀ ਕੋ ਕ੍ਰਿਤ ਧੀਰ ਮਲ ਪਾਰੀ। ਕਹਿੰਦੇ ਜੀ ਧੀਰ ਮਲ ਨੇ ਬੜਾ ਅਕਿਰਤ ਘਣਾ ਵਾਲਾ ਕੰਮ ਕੀਤਾ ਹੈ, ਬੜਾ ਬੁਰਾ ਕਰਮ ਕੀਤਾ ਹੈ ਗੁਰੂ ਘਰ ਦੇ ਉੱਪਰ ਹਮਲਾ ਕਰਕੇ। ਇਸ ਕਰਕੇ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਕਿਆ ਹਮ ਕਰ ਸਮਰਥ ਬਹੀਨ, ਗੁਰੂ ਅਗਿਆ ਦੇਖਨ ਕੀਨ। ਕਹਿਣ ਲੱਗੇ ਸਾਡੇ ਤੋਂ ਗੁਰੂ ਦੀ ਅਵਗਿਆ, ਗੁਰੂ ਦਾ ਨਿੰਦਿਆ, ਗੁਰੂ ਦੀ ਨਿੰਦਿਆ ਹੁੰਦੀ ਵੇਖੀ ਨਹੀਂ ਗਈ। ਇਸ ਕਰਕੇ ਕਹਿੰਦੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ, ਬਹੁਤ ਬੁਰਾ ਲੱਗਾ ਹੈ ਜੀ। ਤੈ ਸਮੀਪ ਮਾਨਵ ਸਮੁਦਾਇ, ਤੀਰ ਮਲ ਹਮ ਬਸ ਨ ਆਏ। ਸੋ ਕਹਿਣ ਲੱਗੇ ਕਿ ਜਿਹੜਾ ਧੀਰ ਮਲ ਹੈ ਨਾ, ਉਹਦੇ ਕੋਲ ਬੜੀ ਫੌਜ ਹੈ, ਬੜੇ ਲੋਕ ਨੇ ਉਹਦੇ ਨਾਲ, ਚੇਲੇ ਚਪਟੇ ਉਹਦੇ ਬੜੇ ਨੇ, ਹਥਿਆਰ ਬੰਦ ਹੈ। ਇਸ ਕਰਕੇ ਅਸੀਂ ਕੁਝ ਕੁ ਸਿੱਖ ਦਾ ਮੁਕਾਬਲਾ ਨਹੀਂ ਕਰ ਸਕਾਂਗੇ। ਇਸ ਕਰਕੇ ਸਾਨੂੰ ਕੋਈ ਵਿਉਂਤ ਬਣਾਉਣੀ ਪਵੇਗੀ ਉਸ ਦਾ ਮੁਕਾਬਲਾ ਕਰਨ ਵਾਸਤੇ ਜੀ। ਮੱਖਣ ਸਾਥ ਪੰਚ ਸੈ ਨਰ ਹੈ, ਸੋ ਜੇ ਕਰੈ ਮਨੋਰਥ ਉਰ ਹੈ। ਸੋ ਕਹਿਣ ਲੱਗੇ ਕਿ ਮੱਖਣ ਸ਼ਾਹ ਜੀ ਦੇ ਕੋਲ 500 ਫੌਜ ਹੈ, ਉਹਦੇ ਕੋਲ ਸੈਨਾ ਹੈ, ਉਹਦੇ ਕੋਲ 500 ਦੇ ਕਰੀਬ। ਇਸ ਕਰਕੇ ਮੱਖਣ ਸ਼ਾਹ ਜੀਆਂ ਨੇ ਗੁਰੂ ਨੂੰ ਪ੍ਰਗਟ ਕੀਤਾ ਹੈ। ਮੱਖਣ ਸ਼ਾਹ ਜੀਆਂ ਨੇ ਇਹ ਆਖਿਆ ਗੁਰਲਾਦੋ ਰੇ। ਸੋ ਕਹਿਣ ਲੱਗੀ ਕਿਉਂ ਨਾ ਆਪਾਂ ਮੱਖਣ ਸ਼ਾਹ ਜੀਆਂ ਨੂੰ ਇਹ ਗੱਲ ਜਾ ਕੇ ਦਸੀਏ
ਉਹਨਾਂ ਦੇ ਨਾਲ ਇਹ ਗੱਲ ਕਰਨੀ ਬਣਦੀ ਹੈ ਜੀ। ਸੋ ਪਲਟਾ ਨਿਜ ਗੁਰ ਕੋ ਲਹਿ, ਜਥਾ ਗਰਭ ਕੋ ਫਲ ਤਿਸ ਦੇਹ। ਇਸ ਕਰਕੇ ਹੁਣ ਉਹੀ ਧੀਰ ਮਲ ਨੂੰ ਜਾ ਕੇ ਸਮਝਾ ਸਕਦਾ ਹੈ, ਉਹੀ ਧੀਰ ਮਲ ਨੂੰ ਸਮਝਾ ਸਕਦਾ ਹੈ ਕਿ ਭਾਈ ਗੁਰੂ ਘਰ ਦੇ ਨਾਲ ਇਸ ਤਰ੍ਹਾਂ ਵਿਰੋਧਤਾ ਕਰਨੀ ਚੰਗੀ ਗੱਲ ਨਹੀਂ ਹੈ ਜੀ। ਇਮ ਮਸਲਤ ਕਰ ਦੇਵ ਸਿਖ ਦੋਰੀ, ਹਤੋ ਵਹਿ ਉਤਰਿਓ ਜਿਸ ਠੋਰੀ। ਸੋ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਆਪ ਸਮੇਂ ਸਲਾਹ ਕਰਦੇ ਹੋਏ ਕੁਝ ਕੁ ਗੁਰਸਿੱਖ ਮੱਖਣ ਸ਼ਾਹ ਜੀ ਦੇ ਡੇਰੇ ਵੱਲ ਪਹੁੰਚੇ ਹਨ ਜੀ। ਜਾਏ ਕਹਾਂ ਸੁਧ ਸਕਲ ਬਤਾਈ, ਜਥਾ ਤੀਰ ਮਲ ਕੈ ਜਬਰਾਈ। ਮੱਖਣ ਸ਼ਾਹ ਜੀ ਦੇ ਡੇਰੇ ਦੇ ਵਿੱਚ ਪਹੁੰਚ ਕੇ ਇਹਨਾਂ ਪਿਆਰੇ ਗੁਰਸਿੱਖਾਂ ਨੇ ਸਾਰੀ ਜੋ ਵਾਰਤਾ ਹੈ ਸੁਣਾ, ਕਿਵੇਂ ਧੀਰ ਮਲ ਦੇ ਮਸੰਦਾਂ ਨੇ ਗੁਰੂ ਘਰ ਦੇ ਉੱਪਰ ਹਮਲਾ ਕੀਤਾ ਹੈ ਜੀ। ਪੋੜਿਓ ਹਤੁ ਪਰ ਅੰਕ ਪਰ, ਮੱਖਣ ਸਿੱਖ ਵਿਸਾਲ। ਊਚੇ ਬਾਕ ਪਕਾਰ ਤੇ, ਪਹੁੰਚੇ ਸੋ ਤਤਕਾਲ। ਸੋ ਕਹਿਣ ਲੱਗੇ ਇਹ ਗੁਰਸਿੱਖ ਉੱਚੀ ਉੱਚੀ ਪੁਕਾਰਦੇ ਹੋਏ ਕਿ ਮੱਖਣ ਸ਼ਾਹ ਜੀ ਨੂੰ ਆਜਾ ਮਾਰਦੇ ਕਿ ਮੱਖਣ ਸ਼ਾਹ ਜੀ ਇਸ ਤਰੀਕੇ ਦੇ ਨਾਲ ਗੁਰੂ ਘਰ ਦੇ ਉੱਪਰ ਛੀਹੇ ਮਸੰਦ ਨੇ ਧੀਰ ਮਲ ਦੀ ਸ਼ਹਿ ਦੇ ਨਾਲ ਗੁਰੂ ਘਰ ਦੇ ਉੱਪਰ ਹਮਲਾ ਕੀਤਾ ਹੈ ਜੀ। ਮੱਖਣ ਸਾ ਪਰੇ ਹੋ ਕਹਾ, ਭਇਓ ਬਿਗਨ ਸਤ ਗੁਰ ਕਰ ਮਹਾ। ਤੇ ਜਾ ਕੇ ਆਵਾਜ਼ ਦਿੱਤੀ ਕਿ ਮੱਖਣ ਸ਼ਾਹ ਜੀ ਕਿੱਥੇ ਬੈਠੇ ਹੋ। ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਉੱਪਰ ਛੀਹੇ ਮਸੰਦ ਨੇ ਗੋਲੀ ਚਲਾ ਦਿੱਤੀ ਹੈ ਅਤੇ ਗੁਰੂ ਘਰ ਦੇ ਉੱਪਰ ਹਮਲਾ ਕੀਤਾ ਹੈ ਜੀ। ਜੋ ਤੈਂ ਦਰਬ ਜਾਏ ਅਰ ਪਾਵਾ, ਔਰ ਦੇਖਨ ਕੋ ਜੇ ਤਿਕ ਚੜਾਵਾ। ਕਹਿੰਦੇ ਮੱਖਣ ਸ਼ਾਹ ਜੀ ਵੇਖੋ ਜਿਹੜਾ ਤੁਸੀਂ ਧਨ ਪਦਾਰਥ ਗੁਰੂ ਘਰ ਨੂੰ ਭੇਟਾ ਦੇ ਰੂਪ ਦੇ ਵਿੱਚ ਦੇ ਕੇ ਆਏ ਹੋ, ਅਤੇ ਹੋਰ ਕਈ ਗੁਰਸਿੱਖ ਜਿਹੜਾ ਭੇਟਾ ਗੁਰੂ ਘਰ ਵਿੱਚ ਭੇਟ ਕਰਕੇ ਗਏ ਹਨ ਜੀ। ਤੀਰ ਮਲ ਸੁਨ ਕੇ ਅਨ ਖਾਇਓ, ਕਰਤ ਸੁਦਿਆ ਲੋਪ ਬੰਦਾਇਓ। ਸੋ ਕਹਿਣ ਲੱਗੇ ਧੀਰ ਮਲ ਨੇ ਕੀ ਕੀਤਾ ਏ, ਇਸ ਨੂੰ ਵੇਖ ਕੇ ਮਨ ਦੇ ਵਿੱਚ ਬਹੁਤ ਲੋਭ ਧਰਿਆ ਹੈ ਤੇ ਕਹਿੰਦੇ ਨੇ ਵੀ ਲੋਭ ਦੇ ਵਿੱਚ ਫਸ ਕੇ, ਲਾਲਚ ਦੇ ਵਿੱਚ ਫਸ ਕੇ ਉਸ ਧੀਰ ਮਲ ਨੇ ਆਪਣੇ ਮਸੰਦ ਗੁਰੂ ਘਰ ਵੱਲ, ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਵੱਲ ਭੇਜ ਦਿੱਤੇ ਹਨ ਜੀ। ਸੰਗ ਮਸੰਦਨ ਕੇ ਤਿਕ ਦੇ ਸੂਰ, ਪਠ ਦੀਨੇ ਕਰ ਰਿਦ ਗਰੂਰ। ਤੇ ਕਹਿੰਦੇ ਮਸੰਦਾਂ ਦੇ ਨਾਲ ਕੁਝ ਕੁ ਫੌਜ ਭੇਜ ਦਿੱਤੀ, ਸੂਰਮੇ ਭੇਜ ਦਿੱਤੇ ਤਲਵਾਰ ਵਾਲੇ। ਉਹਨਾਂ ਨੇ ਕੀ ਕੀਤਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਹਮਲਾ ਕਰ ਦਿੱਤਾ ਹੈ ਜੀ। ਸੋ ਚਲ ਆਏ ਕੁਕਰਮ ਕਮਾਵਾ, ਸਨਮੁਖ ਸਤਿਗੁਰ ਤੋਪਕ ਚਲਾਵਾ। ਤੇ ਉਹਨਾਂ ਮਸੰਦਾਂ ਨੇ ਕੀ ਕੀਤਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਗੋਲੀ ਚਲਾ ਦਿੱਤੀ ਹੈ ਉਹਨਾਂ ਨੂੰ ਮਾਰਨ ਵਾਸਤੇ ਜੀ। ਸੋਏ ਲੀਲਾਰ ਗਿਰ ਪਰੀ ਅਗਾਰੀ, ਨਿਜ ਅਜਮਤ ਕਰ ਬਚੇ ਵਿਚਾਰੀ। ਕਹਿਣ ਲੱਗੇ ਉਹ ਗੋਲੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਮੱਥੇ ਨੂੰ ਛੂਹ ਕੇ ਲੰਘੀ ਹੈ। ਗੁਰੂ ਸਾਹਿਬ ਜੀ ਦੀ, ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਉਹ ਬਚ ਗਏ ਹਨ ਜੀ। ਤੁਮ ਜੋ ਦਰਬ ਦੀਨ ਸੋ ਲੀਨਾ, ਅਪਰ ਸਮਾਜ ਖਵਟਨ ਕੋ ਦੀਨਾ। ਅਤੇ ਜਿਹੜਾ ਤੁਸੀਂ ਗੁਰੂ ਘਰ ਵਾਸਤੇ ਧਨ ਭੇਟ ਕਰਕੇ ਆਏ ਹੋ ਉਹ ਵੀ ਇਹਨਾਂ ਨੇ ਲੁੱਟ ਲਿਆ ਹੈ, ਖੋਹ ਲਿਆ ਹੈ। ਤੇ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਬਾਕੀ ਜਿਹੜੀਆਂ ਸਿੱਖ ਸੰਗਤਾਂ ਭੇਟਾ ਦੇ ਕੇ ਆਈਆਂ ਨੇ ਉਹ ਖੋਟੀ ਮੱਤ ਵਾਲੇ ਨੇ ਇਸ ਤਰ੍ਹਾਂ ਖੋਹ ਲਿਆ ਹੈ ਜੀ। ਬਾਸਨ ਹਤੇ ਰਸੋਈ ਕੇਰੇ, ਇਤਿਆਦਿਕ ਲੈ ਵਸਤੂ ਕਨੇਰੇ। ਸੋ ਕਹਿਣ ਲੱਗੇ ਇਹਨਾਂ
ਵੰਮ ਕੀਤਾ ਹੈ ਕਿ ਜਿਹੜਾ ਧਨ ਗੁਰੂ ਘਰ ਦੇ ਵਿੱਚੋਂ ਮਿਲਣਾ ਸੀ ਉਹ ਤਾਂ ਲੁੱਟਿਆ ਹੀ ਲੁੱਟਿਆ, ਹੋਰ ਕਈ ਸਾਜੋ ਸਮਾਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਘਰ ਵਿੱਚ ਪਿਆ ਸੀ ਉਹ ਵੀ ਲੈ ਆਂਦਾ ਹੈ ਜੀ। ਕਰ ਅਪਮਾਨ ਬਾਕ ਦੁਰ ਕਹੇ, ਨਹੀਂ ਤਰਾਸ ਦੂਸਰ ਕੋ ਲਹੇ। ਸੋ ਕਹਿਣ ਲੱਗੇ ਕਿ ਇਹਨਾਂ ਨੇ ਕਿਸੇ ਦਾ ਵੀ ਕੋਈ ਡਰ ਨਹੀਂ ਮੰਨਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਦੁਰਮਤ ਭੈੜੇ ਬਚਨ ਬੋਲੇ ਹਨ, ਬੁਰਾ ਭਲਾ ਬੋਲਿਆ ਹੈ, ਮੰਦੇ ਬਚਨ ਬੋਲ ਕੇ ਆਏ ਹਨ ਜੀ। ਮਨ ਪਾਵਤ ਕਰ ਕੈ ਸਭ ਬਾਤ, ਚਾਹਤਾ ਤੇ ਸਤ ਗੁਰ ਕੋ ਕਾਤ। ਕਹਿੰਦੇ ਇਹਨਾਂ ਦੇ ਮਨ ਦੇ ਵਿੱਚ ਇਹਨਾਂ ਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਮੰਦੇ ਬਚਨ ਗਿਆ। ਤੇਗ ਬਹਾਦਰ ਤੇ ਉਹਨੂੰ ਤਿਆਗ ਕਰਨ ਵਾਸਤੇ ਇਹਨਾਂ ਨੇ ਇਹੋ ਜਿਹੇ ਭੈੜੇ ਕਰਮ ਕੀਤੇ ਹਨ ਜੀ। ਹੋਤੀ ਨਿਕਟ ਨਾ ਜੇ ਤਿਨ ਮਾਤ, ਜੇ ਫਿਰ ਮਾਤਾ ਨਾਲ ਉਹਨਾਂ ਨੇ ਜਾ ਕੇ ਫਿਰ ਇਹਨਾਂ ਨੂੰ ਵਰਜਿਆ, ਇਹਨਾਂ ਨੂੰ ਟੋਕਿਆ ਹੈ ਜੀ। ਤਰਜ ਤਰਜ ਕਰ ਬਰਜ ਹਟਾਏ, ਕੋ ਅੱਗੇ ਇਸ ਨਾਨਕ ਇਹਨਾਂ ਨੂੰ ਪੁੱਛਦੇ ਰਹੇ ਭਾਈ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ, ਹਮਲਾ ਦਿੱਤਾ ਹੈ। ਕਈ ਵਾਰੀ ਜਦੋਂ ਇਹ ਕਿਉਂ ਲੱਗ ਗੁਰੂ ਸਾਹਿਬ ਕੁਝ ਵੀ ਕਰਨ ਕਿਉਂ ਚੁੱਪ ਕਰਕੇ ਬੈਠੇ ਹੋਏ ਵਿੱਚ ਜਿਹੜੀ ਨਾਨਕ ਹੈ ਅੰਦਰ ਹਮੇਸ਼ਾ ਤੋਂ ਹੀ ਲੈ ਕੇ ਖਿਮਾ ਦੀ ਜਿਹੜੀ ਗੱਲ ਹੈ ਨਾ ਇਹ ਹੈ ਕਿ ਸਭ ਤੋਂ ਵੱਧ ਗੁਰੂ ਸਾਹਿਬ ਜੀ ਮਾਫ ਕਰਦੇ ਆਏ ਨੇ। ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਵੇਖ ਲਓ, ਜਦੋਂ ਹਰੀ ਚੰਦ ਰਾਜੇ ਸੀ ਨਾ ਉਹਦੇ ਨਿਸ਼ਾਨਾ ਤੇ ਲੜਦਿਆਂ ਇੱਕ ਵਾਰ ਬੇਹੋਸ਼ ਹੋ ਜਾਂਦਾ ਹੈ। ਫਿਰ ਜਦੋਂ ਹੋਸ਼ ਆਉਂਦੀ ਹੈ ਤੇ ਫਿਰ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਨੇ? ਕਹਿੰਦੇ ਜੀ ਉਹ ਤਾਂ ਸਹੀ ਸੰਗਦੇ ਤੇ ਲਲਕਾਰ ਗੋਬਿੰਦ ਸਾਹਿਬ ਜੀ ਗੋਬਿੰਦ ਉਦੋਂ ਕਿਉਂ ਅੰਮ੍ਰਿਤ ਸੰਸਾਰ ਤੋਂ ਬਾਅਦ ਸਿੰਘ ਨਾਮ ਦੇ ਅੱਗੇ ਲੱਗਾ। ਗੋਬਿੰਦ ਰਾਏ ਆਪਣੀ ਫੌਜਾਂ ਨੂੰ ਆਪਾਂ ਦੂਜੇ ਮੁਕਾਬਲੇ ਤੇ ਦੂਜੇ ਦੇ ਨਾਲ ਦੋਵੇਂ ਜਾਣੇ ਮੁਕਾਬਲਾ ਕਰੇ ਜਿਹਨੂੰ ਕੋਈ ਹਾਨੀ ਨਾ ਹੋਵੇ। ਉਮਰ ਦੱਸੀ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ 19-20 ਸਾਲ ਜਾਂ 21 ਸਾਲ ਦੇ ਕਰੀਬ ਦੱਸੀ ਗਈ ਹੈ। ਇਸ ਉਮਰ ਦੇ ਵਿੱਚ ਹਨ ਗੁਰੂ ਗੋਬਿੰਦ ਸਿੰਘ ਜੀ, ਕਿਉਂਕਿ ਸਰੀਰ ਹੈ ਤੇ ਸੋ ਕਹਿਣ ਲੱਗੇ ਇਸ ਤਰੀਕੇ ਦੇ ਨਾਲ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ, ਤੇ ਕਹਿਣ ਲੱਗੇ ਵੀ ਇਉਂ ਕਰ ਫਿਰ ਵਾਰ ਪਹਿਲਾਂ ਤੂੰ ਕਰ, ਕਿਉਂਕਿ ਤੂੰ ਆਣ ਕੇ ਮੈਨੂੰ ਲਲਕਾਰੇ ਮਾਰਦਾ ਹੈ ਸਾਡੇ ਇਸ ਕਰਕੇ ਜੇ ਤੂੰ ਤੇਰੇ ਮਨ ਦੀ ਇੱਛਾ ਵੀ ਪਹਿਲਾਂ ਵਾਰ ਤੂੰ ਕਰ ਲੈ। ਤੇ ਇਹ ਮਨ ਦੇ ਵਿੱਚ ਸੋਚਦਾ ਹੈ ਵੀ ਬਿਲਕੁਲ ਰਾਜਨੀਤੀ ਨਹੀਂ ਆਂਦੀ, ਕਿਉਂਕਿ ਰਾਜਨੀਤਿਕ ਬੰਦਾ ਕਦੀ ਵੀ ਆਪਣੇ ਉੱਪਰ ਹਮਲਾ ਕਰਨ ਹੀ ਨਹੀਂ ਦੇਵੇਗਾ। ਪਹਿਲਾਂ ਸੋਚਦੇ ਨੂੰ ਰਾਜਨੀਤੀ ਬਿਲਕੁਲ ਨਹੀਂ ਆਂਦੀ, ਬਿਲਕੁਲ ਭੋਲੇ ਹਨ ਰਾਜਨੀਤੀ ਦੇ ਵਿੱਚ, ਇਸ ਕਰਕੇ ਮੈਨੂੰ ਪਹਿਲਾ ਵਾਰ ਕਰਨ ਵਾਸਤੇ ਕਹਿ ਦਿੱਤਾ। ਇਸ ਤਰੀਕੇ ਨਾਲ ਕਹਿੰਦੇ ਜਦੋਂ ਉਹਨੇ ਵਾਰ ਕੀਤਾ ਤੇ ਗੁਰੂ ਸਾਹਿਬ ਜੀ ਨੇ ਘੋੜੇ ਤੀਰ ਜਿਹੜਾ ਸੀ ਉਹ ਖਾਲੀ ਚਲਾ ਗਿਆ, ਨਿਸ਼ਾਨਾ ਨਾ ਲੱਗਾ। ਇਹਨੇ ਮਨ ਦੇ ਵਿੱਚ ਸੋਚਿਆ ਵੀ ਨਿਸ਼ਾਨੇ ਮੈਂ ਜਿੱਥੇ ਵੀ ਅੱਜ ਤੱਕ ਜਿਹੜਾ ਨਿਸ਼ਾਨਾ ਲਾਇਆ ਉਹ ਪੱਕਾ ਹੀ ਸੀਗਾ, ਇੰਨਾ ਵੱਡਾ ਨਿਸ਼ਾਨ 'ਚ ਹੀ ਮੈਂ ਜਿੱਥੇ ਵੀ ਮੈਂ ਪੱਕਾ ਅੱਜ ਮੇਰੇ ਤੋਂ ਇੱਕ ਭੁੱਲ ਹੋ ਗਈ, ਹੁਣ ਪੱਕਾ ਨਿਸ਼ਾਨਾ ਲਾਉਣਗੇ। ਇਹ ਵੀ ਗੁਰੂ ਗੋਬਿੰਦ ਜੀ ਦਾ ਨਿਸ਼ਾਨਾ ਕਦੀ ਮਿਸ ਨਹੀਂ ਹੋਇਆ, ਖਾਲੀ ਗਿਆ। ਸੋ ਹੁਣ ਮੇਰੀ ਮੌਤ ਕਹਿੰਦੇ ਸਾਹਿਬ ਜੀ ਦੇ ਕੰਨ ਦੇ ਲਾਗੇ ਹੁੰਦੀ ਸਿਰ ਦੇ ਹੁੰਦੀ ਲੰਘਿਆ, ਤੀਰ ਨਾ ਲੱਗਾ।
ਫਿਰ ਬਾਅਦ ਵਿੱਚ ਗੁਰੂ ਸਾਹਿਬ ਜੀ ਕਹਿਣ ਲੱਗੇ ਪਰ ਚਲ ਠੀਕ ਹੈ, ਅਜੇ ਵੀ ਤੇਰੀ ਮਨ ਦੀ ਜਿਹੜੀ ਵਾਰ ਵੀ ਸਕਦਾ ਹੈ। ਮਾਫੀ ਦੇਣ ਦੇ ਵਿੱਚ ਇੰਨਾ ਵੱਡੀ ਸਮਰੱਥਾ ਨਹੀਂ ਕੋਈ ਹੈਗੀ ਵੀ ਜੰਗ ਦੇ ਵਿੱਚ ਵੀ ਅਗਲੇ ਨੂੰ ਮਾਫ ਕਰ ਦੇਣਾ, ਜੰਗ ਦੇ ਵਿੱਚ ਵੀ ਅਗਲੇ ਨੂੰ ਆਖ ਦੇਣਾ ਵੀ ਤੂੰ ਆ ਸਕਦਾ ਹੈ। ਇੰਨਾ ਵੱਡਾ ਦਿਲ ਹੈ ਗੁਰੂ ਦਾ। ਰੱਖਣਾ ਗੁਰੂ ਹੈ, ਮਨ ਨੂੰ ਆਖਣਾ ਵੀ ਕੀ ਆ ਸਕਦਾ, ਨੂੰ ਸ਼ਿਮਾ ਦੇ ਦਿੱਤੀ ਜਾ ਜਵੇ ਬਾਣ ਲੱਗ ਗਿਓ ਤਵੇ ਰੋਸ ਜਾ ਕੇ। ਫਿਰ ਗੁਰੂ ਪਾਤਸ਼ਾਹ ਨੇ 3 ਵਾਰ ਹੋਣ ਤੋਂ ਬਾਅਦ ਆਵਤਾ ਤੇ ਫਿਰ ਟੈਗ ਕਰ ਦਿੱਤਾ ਦੁਬਾਰਾ ਕਰਕੇ। ਗੁਰੂ ਸਾਨੂੰ ਬਾਰ-ਬਾਰ ਇਉਂ ਲੱਗਦਾ ਹੈ ਵੀ ਸਾਨੂੰ ਕੋਈ ਵੇਖ ਹੀ ਨਹੀਂ ਰਿਹਾ ਵੀ ਫਰਕ ਪਿਆ। ਪਰ ਇੰਨੇ ਵਾਰ ਕਰਨ ਤੋਂ ਬਾਅਦ ਤੁਸੀਂ ਵੇਖੋ ਵੀ ਜੰਗ ਦੇ ਵਿੱਚ ਗੁਰੂ ਸਾਨੂੰ ਉਸ ਹਰੀ ਚੰਦ ਨੂੰ ਮਾਫ ਕਰਦਾ ਪਿਆ ਹੈ। ਇਸ ਕਰਕੇ ਭਲੇ ਮਾਨਸ ਬਣ ਕੇ ਰਹੀਏ ਵੀ ਗੁਰੂ ਨੂੰ ਆਖੀਏ ਸਤਿਗੁਰੂ ਤੂੰ ਇਸੇ ਤਰੀਕੇ ਨਾਲ ਸਾਨੂੰ ਮਾਫੀਆਂ ਦਿੰਦਾ ਰਹੇ, ਅਸੀਂ ਤੇਰੇ ਚਰਨਾਂ ਦੇ ਵਿੱਚ ਢਹਿ ਪਏ ਹਾਂ, ਸਾਡੇ ਵਿੱਚ ਸਮਰੱਥਾ ਨਹੀਂ ਹੈ ਤੇਰਾ ਮੁਕਾਬਲਾ ਕਰਨ ਦੀ, ਅਸੀਂ ਸਕਦੇ। ਇਸ ਕਰਕੇ ਸਾਨੂੰ ਦਾਸਰੇ ਬਣਾ ਕੇ ਰੱਖੋ, ਆਪਣੇ ਸੇਵਕ ਬਣਾ ਕੇ ਰੱਖੋ। ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਧੀਰ ਮੱਲ ਹੈ ਉਹ ਬਾਰ-ਬਾਰ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਉੱਪਰ ਹਮਲੇ ਕਰਦਾ ਹੈ। ਸ਼ੀਹਾਂ ਮਸੰਦ ਉਹਨਾਂ ਨੂੰ ਇਉਂ ਲੱਗਦਾ ਹੈ ਵੀ ਇਹ ਕੁਝ ਕਰਨ ਦੇ ਸਮਰੱਥ ਹੀ ਨਹੀਂ ਹਨ। ਇਸ ਤਰੀਕੇ ਦੇ ਨਾਲ ਬਾਰ-ਬਾਰ ਹਮਲੇ ਕਰਦਾ ਹੈ ਜੀ। ਸ੍ਰੀ ਗੁਰ ਹਰਗੋਬਿੰਦ ਕੀ ਦਾਰਾ ਧੀਰ ਤਿਜ ਉਦਾਰ। ਅੱਗੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਮਹਿਲ ਮਾਤਾ ਨਾਨਕੀ ਜੀ ਔਰ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਇੱਥੇ ਸਿਫਤ ਕਰਦੇ ਨੇ। ਕਹਿੰਦੇ ਉਹਨਾਂ ਦਾ ਉੱਚਾ ਲੰਬਾ ਕੱਦ, ਬਹੁਤ ਤੇਜ ਪ੍ਰਤਾਪ ਉਹਦੇ ਹਨ ਜੀ। ਰਛਿਆ ਸੁਤ ਜਬ ਲੋ ਡਿਗ ਤਬ ਲੋ ਤੈ ਖਰੀ। ਸੋ ਹਰ ਪ੍ਰਕਾਰ ਦੇ ਨਾਲ ਮਾਤਾ ਨਾਨਕੀ ਜੀਆਂ ਨੇ ਡਟ ਕੇ ਉਹਨਾਂ ਮਸੰਦਾਂ ਦਾ ਮੁਕਾਬਲਾ ਕੀਤਾ ਹੈ, ਉਹਨਾਂ ਨੂੰ ਵਰਜਿਆ ਹੈ ਜੀ। ਸਭ ਵਸਤੂ ਲੈ ਕਰ ਅਪਮਾਨਾ ਗਏ ਨਿਰਪ ਹੋਏ ਆਪਣੇ ਥਾਨਾ। ਸੋ ਕਹਿਣ ਲੱਗੇ ਸਾਰੀਆਂ ਵਸਤੂਆਂ ਲੈ ਕੇ ਗੁਰੂ ਤੇਗ ਗ੍ਰਹਿ ਤੋਂ ਵਸਤੂਆਂ ਇਕੱਠੀਆਂ ਕਰਕੇ ਧਨ ਲੈ ਕੇ ਇਹ ਆਪਣੇ ਗ੍ਰਹਿ ਨੂੰ ਜਿਹੜੇ ਮਸੰਦ ਨੇ ਇਹ ਦੌੜ ਤੇਰੇ ਤੇਕ ਮਹਾਦਰ ਤੀਰ ਅਗੇ ਸਦਾ ਗੰਭੀਰ। ਸੋ ਕਹਿਣ ਲੱਗੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਧੀਰਜਵਾਨ ਹਨ, ਬਹੁਤ ਵੱਡੇ ਧੀਰਜ ਵਾਲੇ ਨੇ। ਉਹਨਾਂ ਨੇ ਇਹਨਾਂ ਨੂੰ ਬੁਰਾ ਨਹੀਂ ਆਖਿਆ, ਬੁਰੇ ਬਚਨ ਭੈੜੇ ਬਚਨ ਨਹੀਂ ਬੋਲੇ ਹਨ ਜੀ। ਨਹੀਂ ਅਵਗਿਆ ਕਾਹੂ ਕੀ ਨਸ ਪਤ ਸਮੇਤ ਨਿਜ ਕਰ ਸੁਖ ਪੀਨਸ। ਸੋ ਕਹਿਣ ਲੱਗੇ ਕਿਸੇ ਵੀ ਪ੍ਰਕਾਰ ਦੀ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਉਹਨਾਂ ਨੂੰ ਕੁਛ ਵੀ ਪ੍ਰਕਾਰ ਦਾ ਕੋਈ ਮੰਦਾ ਬਚਨ ਨਹੀਂ ਬੋਲਿਆ। ਗੁਰੂ ਕਦੀ ਕਿਸੇ ਨੂੰ ਮੰਦਾ ਬੋਲ, ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੇ ਉਹਨਾਂ ਨੂੰ ਮੰਦੇ ਬਚਨ ਨਹੀਂ ਬੋਲੇ ਹਨ, ਸਗੋਂ ਇੱਜ਼ਤ ਦੇ ਨਾਲ ਬਹੁਤ ਸੁਚੱਜੇ ਢੰਗ ਦੇ ਨਾਲ ਧੀਰਜਵਾਨ ਰਹਿ ਕੇ ਪਰਮਾਤਮਾ ਜੀ ਨੂੰ ਚੇਤੇ ਦੇ ਵਿੱਚ ਰੱਖਿਆ ਹੈ ਜੀ। ਲੱਗੇ ਕਿ ਤੁਸੀਂ ਆਏ ਹੋ ਤੇ ਤਰੀਕੇ ਦੇ ਨਾਲ ਕਿਵੇਂ ਕਰਕੇ ਦੂਰੋਂ ਦਰਸ਼ਨ ਕਰਨ ਵਾਸਤੇ ਆਏ। ਤੇਗ ਬਹਾਦਰ ਸਾਹਿਬ ਦੇ ਅੱਗੇ ਧਨ ਅਰਪਣ ਕੀਤਾ, ਭੇਟਾ ਕੀਤਾ ਹੈ। ਬਿਗਨ ਤੁਝ ਕੋ ਦਿਸਮ ਕਹਿਣ ਲੱਗੇ ਇਹ ਧਨ ਹੀ ਇੱਥੇ ਇਹਨੇ ਕੇ ਉਸ ਧਨ ਲਾਲਚ ਆ ਗਿਆ ਜਿਸ ਇਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਹਮਲਾ ਕੀਤਾ ਹੈ ਜੀ। ਦਿਨ ਕੋ ਹੋਵਾ
ਲੋ ਆਏ ਜੋ ਮਾਂ। ਲੱਗੇ ਕਿ ਤੁਸੀਂ ਤਾਂ ਗੁਰੂ ਤੇਗ ਬਹਾਦਰ ਦਰਸ਼ਨ ਕਰਨ ਵਾਸਤੇ ਤੇ ਇੱਥੇ ਗੁਰੂ ਸਾਹਿਬ ਜੀਆਂ ਵਰਗਿਆਂ ਨੇ ਹਮਲਾ ਕਰ ਸੁਨ ਮੱਖਣ ਪਇਓ ਬਿਖਾਦ ਹੱਥ ਹੋਤ ਪਾਉਰ ਨੇ ਜਦੋਂ ਇੰਨੀ ਗੱਲ ਸੁਣੀ ਤੇ ਕਹਿੰਦੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਨਿਮਰਤਾ ਦੀ ਮੂਰਤ ਬਹੁਤ ਉਹਨਾਂ ਦੇ ਉੱਪਰ ਇਹਨਾਂ ਪਾਪ ਨੇ ਹਮਲਾ ਕਰ ਬੋਲੇ ਹਨ, ਕਬੋਲ ਬੋਲੇ, ਮੰਦੇ ਬਚਨ ਬੋਲੇ ਨੇ। ਇਸ ਤਰੀਕੇ ਦੇ ਨਾਲ ਫਿਰ ਉਹ ਆਪਣੀ ਫੌਜ ਨੂੰ ਕਹਿੰਦੇ ਆਪਾਂ ਧੀਰਮਲ ਵੱਲ ਨੂੰ ਕੂਚ ਕਰਨਾ ਹੈ ਦੀ ਅਵਗਿਆ ਕੀਤੀ, ਸਾਹਿਬ ਜੀਆਂ ਨੂੰ ਮੰਦੇ ਬੋਲ ਇਸ ਤਰੀਕੇ ਨਾਲ